भाजपा इस टाइम किस पोजीशन च हैगी है, किस तरह ਜਿਹੜੇ ਇਲੈਕਸ਼ਨ ਲੜੇਗੀ। और ਜੇ ਗੱਲ ਕੀਤੀ ਜਾਏ ਕਿਹੜੇ ਕਿਹੜੇ ਕੈਂਡੀਡੇਟ ਹੋ ਸਕਦੇ ਨੇ, ਜੇ ਗੱਲ ਕੀਤੀ ਜਾਏ ਅੰਮ੍ਰਿਤਸਰ ਦਾ ਸਾਰਿਆਂ ਦਾ ਵੱਡੇ ਕੱਦਵਾਰ ਲੀਡਰ ਦੀ ਬਿਲकुल ਤਰੁਣ ਚੁੱਗ ਹੋਣਾ ਦੀ ਸੈਂਟਰ ਹਲਕੇ 'ਚ ਪੋਸਟਰ ਦੀ ਸ਼ੁਰੂਆਤ ਹੋਈ ਹੈ ਔਰ ਉਸ ਦੇ ਵਿੱਚ ਇੱਕ ਨਾਂ ਹੈਗਾ ਉਹ ਬੜਾ, ਉਹ ਵੀ ਕੱਦ ਵੱਡਾ ਹੈਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਪੂਰੇ ਸਵਾਸਥ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ, ਉਹਨਾਂ ਦੇ ਬੇਟੇ ਡਾਕਟਰ ਰਾਮ ਚਾਵਲਾ ਹਨ। ਖਾਸਮ ਖਾਸ 'ਚ ਇੱਕ ਹੋਰ ਉਹਨਾਂ ਦਾ ਨਾਂ ਚਿਹਰਾ ਹੈਗਾ ਜਿਹੜੇ ਕਾਫੀ ਕਰੀਬੀ ਗਿਣੇ ਜਾਂਦੇ ਔਰ ਉਹਨਾਂ ਦੇ ਅੰਗ ਸੰਗੀ ਰਹਿੰਦੇ ਚੰਦਰ ਸ਼ੇਖਰ। ਸਿੱਖ ਚਿਹਰੇ ਦੀ ਗੱਲ ਕਰਾਂ ਤੇ ਸੈਂਟਰ ਹਲਕੇ ਦੇ ਵਿੱਚ 2 ਸਿੱਖ ਚਿਹਰੇ ਹੈਗੇ ਆ, ਇੱਕ ਕਾਉਂਸਲਰ ਹੈਗੇ ਆ ਜਰਨੈਲ ਸਿੰਘ ਢੋਟ। ਹਾਲਾਂਕਿ ਜਰਨੈਲ ਸਿੰਘ ਢੋਟ ਜਿਹੜੇ ਸਾਊਥ ਦੇ ਵਿੱਚ ਜ਼ੋਰ ਲਾ ਰਹੇ, ਉਸ ਤੋਂ ਬਾਅਦ ਜੇਕਰ ਨਾਂ ਆਉਂਦਾ ਉਹ ਸਰਬਜੀਤ ਸਿੰਘ ਸ਼ੰਟੀ ਦਾ। ਲੇਡੀਜ਼ ਦੇ ਵਿੱਚ ਆਪਾਂ ਗੱਲ ਕਰੀਏ ਔਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਉਹਨਾਂ ਦਾ ਨਾਮ ਪ੍ਰੋਫੈਸਰ ਲక్ష్ਮੀਕਾਂਤ ਚਾਵਲਾ। ਜੇ ਭਾਜਪਾ ਵੱਲੋਂ ਮਹਿਲਾ ਮੋਰਚਾ ਵੱਲੋਂ ਮੈਡਮ ਨਹੀਂ ਇਲੈਕਸ਼ਨ ਲੜਦੇ ਲక్ష్ਮੀਕਾਂਤ ਚਾਵਲਾ, ਫਿਰ ਕਿ ਲੇਡੀ ਸੀਟ ਕਿਹਨੂੰ ਆ ਸਕਦੀ। ਇੱਕ ਹੋਰ ਨਾਮ ਹੈਗਾ ਵਾ ਜੇਕਰ ਗੱਲ ਕਰੀਏ ਤਾਂ ਉਹ ਨਾਮ ਹੈਗਾ ਵਾ ਮੀਨੂ ਸਹਿਗਲ, ਜਿਨ੍ਹਾਂ ਦਾ ਪੈਨਲ 'ਚ ਨਾਂ 2 ਸੀਟਾਂ ਤੋਂ ਗਿਆ, ਉਹ ਹੈਗਾ ਸ਼ਵੇਤ ਮਲਿਕ। ਵੱਡਾ ਚਿਹਰਾ ਨਿਕਲ ਕੇ ਆ ਸਕਦਾ ਹੈ ਸੁਖਮਿੰਦਰ ਸਿੰਘ ਪਿੰਟੂ। ਕਈ ਜਗ੍ਹਾ ਵੀ ਦੇਖਿਆ ਕਿ ਉਹ ਵੀ ਟਿਕਟ ਦੀ ਦਾਅਵੇਦਾਰੀ ਕਰ ਰਿਹਾ, ਉਹਦਾ ਨਾਂ ਹੈਗਾ ਪੱਪੂ ਮਹਾਜਨ। ਫਿਰ ਸੰਧਿਆ ਸਿੱਕਾ ਤੇ ਅਨੂ ਸਿੱਕਾ ਜਿਹੜੇ ਪਾਰਟੀ ਬੀਜੇਪੀ ਦੇ ਵਿੱਚ ਕਾਫੀ ਵਫਾਦਾਰ ਗਿਣੇ ਜਾਂਦੇ। ਬਿਲਕੁਲ ਬੀਜੇਪੀ ਚਿਹਰੇ ਗੱਲ ਕਰਦੇ ਕਮਰਵੀਰ ਸਿੰਘ ਮੰਜਿਲ ਦੀ ਮੈਂ ਨਾਂ ਲਵਾਂਗਾ, ਜਿਹੜੇ ਕਿ ਕਾਫੀ ਐਕਟਿਵ ਹੈਗੇ। ਉੱਥੋਂ ਰਾਕੇਸ਼ ਗਿੱਲ ਜਿਹੜੇ ਗਏ ਉਹ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਜਿਹੜੇ ਸੀਟ ਲੜਦੇ ਸੰਜੀਵ ਕੁਮਾਰ ਦਾ। ਸੰਜੀਵ ਕੁਮਾਰ ਦੀ ਗੱਲ ਕਰਾਂ ਤੇ ਯੁਵਾ ਨੇਤਾ ਹੈਗੇ ਆ, ਯੁਵਾ ਲੀਡਰ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਰਾਕੇਸ਼ ਰਿੰਕੂ ਜਿਹੜੇ ਵੈਸਟ ਹਲਕੇ ਦੇ ਵਿੱਚ ਲਗਾਤਾਰ ਮੀਟਿੰਗਾਂ ਕਰਦੇ ਹੋਏ। ਇਸ ਵਾਰੀ ਕੁਮਾਰ ਅਮਿਤ ਜਿਹੜੇ ਹੈਗੇ ਆ, ਜਿਹੜੇ ਉਹਨਾਂ ਦੇ ਭਤੀਜੇ ਹੈਗੇ ਰਾਕੇਸ਼ ਗਿੱਲ ਉਹਨਾਂ ਦੇ, ਤੇ ਸਭ ਤੋਂ ਪਹਿਲਾਂ ਇੱਕ ਚਿਹਰਾ ਗਿਣਿਆ ਜਾਂਦਾ ਉਹ ਰਾਜੇਸ਼ ਹਨੀ। ਹੋਰ ਹੈਗਾ ਗੌਰਵ ਭੰਡਾਰੀ ਦਾ ਨਾਮ ਵੀ ਗਿਣਿਆ ਜਾਂਦਾ, ਉਹ ਵੀ ਕਾਫੀ ਐਕਟਿਵ ਹੈਗੇ ਆ। ਗੁਰਮੁਖ ਸਿੰਘ ਬਲ ਜਿਨ੍ਹਾਂ ਦੇ ਅਸੀਂ ਪੋਸਟਰ ਦੇਖੇ, ਹਾਲਾਂਕਿ ਕੱਲ ਨਿਕਲ ਸਕਦੀ ਹੈ, ਉਹਦੇ ਵਿੱਚ ਇੱਕ ਚਿਹਰਾ ਗਿਣਿਆ ਜਾਂਦਾ ਰਮਾ ਮਹਾਜਨ। ਅੰਮ੍ਰਿਤਸਰ ਪੇਜ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਸਵਾਗਤ ਹੈ। ਰਾਜਨੀਤੀ ਦਾ ਜਿਹੜਾ ਪਾਰਾ ਵੱਧ ਚੁੱਕਾ ਹੈ, ਬੇਸ਼ੱਕ ਧੁੱਪ ਕੱਲ ਨਿਕਲੀ ਸੀ, ਅੱਜ ਬੱਦਲ ਹੈ, ਪਰ ਰਾਜਨੀਤੀ ਗਰਮ ਹੈ। ਔਰ ਮੌਜੂਦਾ ਰਾਜਨੀਤੀ ਤੇ ਚਰਚਾ ਕਰਨ ਵਾਸਤੇ ਮੇਰੇ ਨਾਲ ਮੇਰੇ ਸਹਿਯੋਗੀ ਓਮ ਗੁਪਤਾ ਜੀ ਹੈ, ਜਿਹੜੇ ਰਾਜਨੀਤੀ ਦੇ ਉੱਤੇ ਪਹਿਨ ਨਜ਼ਰ ਰੱਖਦੇ ਨੇ। ਓਮ ਜੀ, ਅੰਮ੍ਰਿਤਸਰ ਪੇਜ ਦੇ ਦਰਸ਼ਕ ਜੁੜੇ ਨੇ ਸਾਡੇ ਨਾਲ, ਤੇ ਮੈਂ ਅੱਜ ਦੀ ਜਿਹੜੀ ਚਰਚਾ ਹੈ ਨਾ ਉਹ ਚਾਹਾਂਗਾ ਕਿ ਮੌਜੂਦਾ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਭਾਜਪਾ, ਕਿਤੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੁੰਦੀ ਸੀ, ਪਰ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਾ, ਇਲੈਕਸ਼ਨ ਅਨਾਊਂਸ ਹੋ ਗਏ ਨੇ। ਪਰ ਮੈਂ ਤੁਹਾਡੀ ਨਜ਼ਰ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਭਾਜਪਾ ਇਸ ਟਾਈਮ ਕਿਸ ਪੋਜੀਸ਼ਨ 'ਚ ਹੈਗੀ ਹੈ, ਕਿਸ ਤਰ੍ਹਾਂ ਜਿਹੜੇ ਇਲੈਕਸ਼ਨ ਲੜੇਗੀ। ਔਰ ਜੇ ਗੱਲ ਕੀਤੀ ਜਾਏ ਕਿਹੜੇ ਕਿਹੜੇ ਕੈਂਡੀਡੇਟ ਹੋ ਸਕਦੇ ਨੇ, ਕਿਉਂਕਿ ਕੁਝ ਸਮਾਂ ਪਹਿਲਾਂ ਕੈਂਡੀਡੇਟ ਹੀ ਨਹੀਂ ਸੀ, ਕੋਈ ਇਲੈਕਸ਼ਨ ਲੜਨ ਨੂੰ ਤਿਆਰ ਹੀ ਨਹੀਂ ਸੀਗਾ, ਉਹਨੂੰ ਲੈ ਕੇ। ਔਰ ਮੈਂ ਚਾਹਾਂਗਾ ਇੱਕ ਛੋਟੀ ਜਿਹੀ ਪੈਨ ਨਜ਼ਰ ਕਿਸਾਨੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਭਾਜਪਾ ਦੇ ਉੱਤੇ ਜ਼ਰੂਰ ਸੰਖੇਪ 'ਚ ਦੱਸੋ। ਬਿਲਕੁਲ। ਔਰ ਜੇਕਰ ਰਵੀ ਜੀ ਮੈਂ ਗੱਲ ਕਰਾਂ, ਜਿਸ ਤਰ੍ਹਾਂ ਕਿਸਾਨੀ ਅੰਦੋਲਨ ਰੱਦ ਕਰਨ ਤੋਂ ਬਾਅਦ ਬੀਜੇਪੀ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਨਵਾਂ ਮੋੜ ਰਾਜਨੀਤੀ ਨੂੰ ਦਿੱਤਾ, ਹਾਲਾਂਕਿ ਲਗਾਤਾਰ ਜਿਹੜੀ ਗੱਲ ਕਰੀਏ ਤੇ ਆਪਾਂ ਆਮ ਆਦਮੀ 5 ਸੀਟਾਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਸ਼ਹਿਰਾਂ ਦੇ ਵਿੱਚ, ਉਸ ਤੋਂ ਪਹਿਲਾਂ ਲੇਕਿਨ ਥੋੜੀ ਜਿਹੀ ਰਾਜਨੀਤੀ ਬੀਜੇਪੀ ਦੀ ਗੱਲ ਕਰਾਂਗੇ ਕਿ ਕਿਸਾਨੀ ਅੰਦੋਲਨ ਖਤਮ ਕਰਨ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਨੂੰ ਨਵਾਂ ਮੋੜ ਦਿੱਤਾ। ਹਾਲਾਂਕਿ ਇਲੈਕਸ਼ਨ ਦਾ ਬਿਲਕੁਲ ਵੱਧ ਚੁੱਕਿਆ ਹੈ, ਕੋਡ ਆਫ ਕੰਡਕਟ ਲੱਗ ਚੁੱਕਿਆ ਹੈ। ਇਸ ਦੇ ਨਾਲ ਗੱਲ ਕਰਾਂਗੇ ਲਗਾਤਾਰ ਜਿਹੜੀ ਹੈ ਬੀਜੇਪੀ ਵੱਲੋਂ ਜਿਹੜੀ ਹਾਲੇ ਤੱਕ ਕੋਈ ਵੀ ਸੀਟ ਅਨਾਊਂਸ ਨਹੀਂ ਹੋਈ, ਗੱਠਜੋੜ ਹੋ ਚੁੱਕਿਆ ਹੈ। ਮੈਂ ਤੁਹਾਡੇ ਗੱਠਜੋੜ ਦੇ ਸਵਾਲ ਤੋਂ ਪਹਿਲਾਂ ਨਾ ਇੱਕ ਛੋਟੀ ਜਿਹੀ ਆਵਾਂਗਾ। ਕਿਸਾਨੀ ਅੰਦੋਲਨ ਤੇ ਪ੍ਰਧਾਨ ਮੰਤਰੀ ਹੋਣਾ ਦੀ ਸਪੀਚ, ਔਰ ਉਸ ਤੋਂ ਬਾਅਦ 5 ਤਰੀਕ ਦੀ ਰੈਲੀ, ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਵਿਸ਼ਲੇਸ਼ਣ ਕਰੋ। ਬਿਲਕੁਲ 5 ਤਰੀਕ ਦੀ ਜੇਕਰ ਰੈਲੀ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਦੇ ਸਮੀਕਰਨ ਬਣੇ ਆ, ਜਿਸ ਤਰ੍ਹਾਂ ਬੀਜੇਪੀ ਨੇ ਡਿਜੀਟਲ ਜਿਹੜੀ ਚੋਣਾਂ ਦੇ ਵਿੱਚ ਜਿਹੜੀ ਗੱਲ ਕਰੀਏ ਡਿਜੀਟਲ ਜਿਹੜੀ ਇਲੈਕਸ਼ਨ ਦੀ ਗੱਲ ਕੀਤੀ, ਔਰ ਸਭ ਤੋਂ ਵਧੀਆ ਮਾਹਿਰ ਜੇਕਰ ਗੱਲ ਕਰੀਏ ਤਾਂ ਉਹ ਡਿਜੀਟਲ ਇਲੈਕਸ਼ਨ ਦੇ ਵਿੱਚ ਜੋ ਬੀਜੇਪੀ ਜਿਹੜੀ ਆ ਉਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਦੀ ਇਲੈਕਸ਼ਨ ਹੋਵੇ। ਉਸ ਨੂੰ ਲੈ ਕੇ ਅਗਰ ਮੈਂ 5 ਜਨਵਰੀ ਦੀ ਗੱਲ ਮੈਂ ਲੈ ਕੇ ਜਾ ਰਿਹਾ ਹਾਂ, 5 ਜਨਵਰੀ ਦੀ ਰੈਲੀ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਦੇ ਵਿੱਚ ਨਹੀਂ ਪਹੁੰਚ ਪਾਉਂਦੇ, ਉਹਨਾਂ ਦੀ ਸੁਰੱਖਿਆ ਦੀ ਚੂਕ ਲੈ ਕੇ ਜਿਹੜੀ ਪੂਰੇ ਦੇਸ਼ ਨਹੀਂ ਪੂਰੇ ਦੁਨੀਆ ਦੇ ਵਿੱਚ ਰਾਜਨੀਤੀ ਜਿਹੜੀ ਆ ਗਰਮ ਹੈਗੀ ਆ। ਔਰ ਉਸ ਤੋਂ ਬਾਅਦ ਜਿਹੜੀ ਬੀਜੇਪੀ ਹੈ ਲਗਾਤਾਰ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਕਰ ਰਹੀ, ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰ ਰਹੀ ਹੈ। ਔਰ ਬਹੁਤ ਵੱਡਾ ਦਾਅਵਾ ਸੀ ਰਾਸ਼ਟਰਪਤੀ ਸ਼ਾਸਨ, ਜਿਹਨੂੰ ਲੈ ਕੇ ਕਈ ਕਾਂਗਰਸੀ ਪਰੇਸ਼ਾਨ ਵੀ ਗਏ ਸੀ। ਤੁਹਾਡੀ ਤੇ ਮੇਰੀ ਆਫ ਦਾ ਰਿਕਾਰਡ ਵੀ ਕਈ ਲੋਕਾਂ ਨਾਲ ਗੱਲ ਹੋਈ, ਪਰ ਮੈਂ ਓਮ ਜੀ ਥੋੜਾ ਜਿਹਾ ਸੰਖੇਪ 'ਚ ਤੁਹਾਨੂੰ ਵਾਪਸ ਉੱਥੇ ਹੀ ਲੈ ਕੇ ਆਉਣਾ ਨਾ। ਉਹਦੇ ਵਿੱਚ ਜੇ ਰੈਲੀ ਕਾਮਯਾਬ ਨਹੀਂ ਹੋਈ, ਉਹਦੇ ਵਿੱਚ ਕਿਸਾਨਾਂ ਦਾ ਵੀ ਬੜਾ ਵੱਡਾ ਰੋਲ ਰਿਹਾ। ਬਿਲਕੁਲ ਕਿਸਾਨਾਂ ਦਾ ਵੀ ਵੱਡਾ ਰੋਲ ਰਿਹਾ। ਜਿਸ ਤਰ੍ਹਾਂ ਸੜਕ ਜਾਮ ਜਿਹੜੀ ਰੋਡ ਜਾਮ ਕੀਤੇ ਸੀ, ਲੋਕ ਜਿਹੜੇ ਬੀਜੇਪੀ ਦੇ ਕਾਰਜਕਰਤਾ ਸੀਗੇ ਉਹ ਉਸ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ, ਜਿਸ ਕਾਰਨ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਮੌਸਮ ਖਰਾਬ ਸੀ, ਔਰ ਮੌਸਮ ਵਾਕਈ ਖਰਾਬ ਸੀਗਾ, 4-5 ਦਿਨ ਜਿਹੜਾ ਮੌਸਮ ਖਰਾਬ ਸੀਗਾ, ਲੇਕਿਨ ਬਾਈ 에ਅਰ ਉਹ ਕਿਉਂ ਨਹੀਂ ਜਾ ਪਾਏ ਸਕੇ। ਤੇ ਜਿਹੜੇ ਬੜੇ ਸਵਾਲ ਚਿੰਨ੍ਹ ਲੱਗੇ ਸੀ। ਪਰ ਮੈਂ ਓਮ ਜੀ ਤੁਹਾਨੂੰ ਫਿਰ ਕੱਟ ਰਿਹਾ ਕਿਉਂਕਿ ਸਮੇਂ ਦੀ ਵੀ ਘਾਟ ਹੈ। ਮੈਂ ਚਾਹਾਂਗਾ ਕਿ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵੀ ਹੋ ਗਈ,
ਉਹ ਕਾਮਯਾਬ ਨਹੀਂ ਹੋਈ। ਜਾਂਦੇ ਜਾਂਦੇ ਉਹ ਜਿਹੜਾ ਇੱਕ ਸੁਨੇਹਾ ਲਾ ਕੇ ਉਹਨੇ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਿਸ਼ਵ 'ਚ ਇੱਕ ਤਹਿਲਕਾ ਮਚਾਤੀ, ਉਹਦੇ ਉੱਤੇ ਵੀ ਆਪਾਂ ਸੰਖੇਪ ਨਾਲ ਗਿਆ। ਪਰ ਜੇ ਮੈਂ ਗੱਲ ਕਰਾਂ ਅੰਮ੍ਰਿਤਸਰ ਦੀ, ਮੁੜ ਮੈਂ ਗੁਰੂ ਨਗਰੀ ਗੁਰੂ ਰਾਮਦਾਸ ਦੀ ਨਗਰੀ 'ਚ ਆ ਜਾਂਦਾ। ਮੇਰੇ ਦੋ ਸਵਾਲ ਨੇ। ਪਹਿਲਾ ਸਵਾਲ ਤੇ ਹੈਗਾ ਕਿ ਬੀਜੇਪੀ ਦਾ ਜਦੋਂ ਗੱਠਜੋੜ ਸੀ ਅਕਾਲੀ ਦਲ ਨਾਲ, ਜਿਹੜੀਆਂ ਸੀਟਾਂ ਤੇ ਉਹ ਇਲੈਕਸ਼ਨ ਲੜਦੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਤਕਰੀਬਨ ਉਹ ਸਾਰੀਆਂ ਸੀਟਾਂ ਹੈਗੀਆਂ, ਇੱਕ ਸੀਟ ਨੂੰ ਛੱਡ ਦਿੱਤਾ ਹੈ। ਕਿਆ ਉੱਤੇ ਬੀਜੇਪੀ ਵਾਪਸ ਉਸ ਤਰ੍ਹਾਂ ਹੀ ਇਲੈਕਸ਼ਨ ਲੜੇਗੀ ਕਿ ਨਵੇਂ ਗੱਠਜੋੜ 'ਚ ਸੀਟਾਂ ਚੇਂਜ ਹੋਣਗੀਆਂ? ਬਿਲਕੁਲ। ਔਰ ਕਈ ਬੀਜੇਪੀ ਵਰਿਸ਼ਠ ਨੇਤਾ ਨਾਲ ਗੱਲ ਕੀਤੀ ਗਈ ਹੈ, ਉਹਨਾਂ ਨੇ ਕਿਹਾ ਜਿਹੜੀ 23 ਸੀਟਾਂ ਜਿਹੜੀ ਬੀਜੇਪੀ ਕੋ ਅਕਾਲੀ ਦਲ ਵੇਲੇ ਸਮੇਂ ਹੁੰਦੀ ਸੀ ਉਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ, ਲੇਕਿਨ ਸਮਝੌਤਾ ਹੈਗਾ ਵਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨਾਲ, ਜਿਹੜੇ ਕਿ ਹਮੇਸ਼ਾ ਵਿਰੋਧੀ ਰਹੇ। ਅੱਜ ਪੰਜਾਬ ਲੋਕ ਕਾਂਗਰਸ ਨਾਲ ਬੀਜੇਪੀ ਦਾ ਸਮਝੌਤਾ ਹੈ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਵੀ ਉਹਨਾਂ ਦਾ ਸਮਝੌਤਾ ਹੈਗਾ। ਕਿਸ ਤਰ੍ਹਾਂ ਗੱਠਜੋੜ ਦੀ ਸੀਟਾਂ ਵੰਡ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਪਰ ਇੱਕ ਗੱਲ ਤੇ ਫਿਰ ਤੁਹਾਡੀ ਇਸ ਗੱਲ ਨਾਲ ਕਲੀਅਰ ਹੋ ਗਈ ਕਿ ਜਿਹੜੀ 23 ਸੀਟਾਂ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹਾਲੇ ਤੱਕ ਤੇ ਉਹਨਾਂ ਵੱਲੋਂ ਪਰ ਮੈਂ ਤੁਹਾਡੀ ਫਿਰ ਗੱਲ ਕੱਟ ਰਿਹਾ। ਇਹਦਾ ਮਤਲਬ ਫਿਰ ਅੰਮ੍ਰਿਤਸਰ ਦੇ ਵਿੱਚ ਤਾਂ ਕੋਈ ਇਫੈਕਟ ਨਹੀਂ। ਇੱਕ ਸੀਟ 100 ਦੀ ਸੀਟ ਛੱਡ ਦਿੱਤੀ ਜਾਏ ਤੇ ਫਿਰ ਸਾਰੀਆਂ ਤੇ ਭਾਜਪਾ ਆਦਲ ਨਹੀਂ ਲੜਦੀ ਸੀ। ਫਿਰ ਓਮ ਜੀ ਮੇਰਾ ਇੱਕ ਹੋਰ ਸਵਾਲ ਹੈ। ਜੇ ਗੱਲ ਕੀਤੀ ਜਾਏ ਅੰਮ੍ਰਿਤਸਰ ਦਾ ਸਾਰਿਆਂ ਦਾ ਵੱਡੇ ਕੱਦਵਾਰ ਲੀਡਰ ਦੀ, ਬਿਲਕੁਲ ਤਰੁਣ ਚੁੱਘ ਉਹਨਾਂ ਦੀ, ਤੇ ਉਹਨਾਂ ਤੋਂ ਹੀ ਸ਼ੁਰੂਆਤ ਕਰੋ ਫਿਰ ਸੈਂਟਰ ਹਲਕੇ ਤੋਂ, ਕਿਉਂਕਿ ਮੁਕਾਬਲਾ ਡਿਪਟੀ ਸੀਐਮ ਤੇ ਤਰੁਣ ਚੁੱਘ ਹੋਣੀ ਵੀ ਅੱਜ ਦੀ ਤਰੀਕ 'ਚ ਭਾਜਪਾ ਦਾ ਬੜਾ ਵੱਡਾ ਕੱਦ ਰੱਖਦੇ ਨੇ। ਬਿਲਕੁਲ। ਔਰ ਜੇਕਰ ਕੱਦ ਦੀ ਗੱਲ ਕਰੀਏ ਤੇ ਓਮ ਪ੍ਰਕਾਸ਼ ਸੋਨੀ ਜਿਹੜੇ ਹੈਗੇ ਆ ਉਹ ਡਿਪਟੀ ਸੀਐਮ ਬਣੇ ਆ ਤੇ ਡਿਪਟੀ ਸੀਐਮ ਦਾ ਜਿਹੜਾ ਕੱਦ ਹੈਗਾ ਉਹਨਾਂ ਦੇ ਜਿਹੜੇ ਹਲਕੇ ਦੇ ਵਿੱਚ ਉਹ ਕਾਫੀ ਰੁਤਬਾ ਰੱਖਦਾ, ਲਗਾਤਾਰ ਆਪਣੇ ਹਲਕੇ ਦੇ ਵਿੱਚ ਉਹ ਸਕਰੀਏ ਵੀ ਹੈਗੇ। ਲੇਕਿਨ ਅਸੀਂ ਗੱਲ ਕਰ ਰਹੇ ਹਾਂ ਬੀਜੇਪੀ ਦੀ। ਬੀਜੇਪੀ ਦੇ ਵਿੱਚ ਜਿਹੜੇ ਜਨਰਲ ਸੈਕਟਰੀ, ਜਿਹੜੇ ਪੂਰੇ ਦੇਸ਼ ਦੇ ਬੀਜੇਪੀ ਦੇ ਵਿੱਚ ਜਨਰਲ ਸੈਕਟਰੀ ਉਹ ਹੋ ਗਏ ਤਰੁਣ ਚੁੱਘ। ਔਰ ਪਹਿਲੇ ਜਿਹੜੇ ਟੌਪ 10 ਲੀਡਰਾਂ ਦੀ ਗੱਲ ਕਰਾਂ ਬੀਜੇਪੀ ਦੇ ਪੂਰੇ ਦੇਸ਼ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੇ ਤਰੁਣ ਚੁੱਘ ਗਿਣੇ ਜਾਂਦੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤਰੁਣ ਚੁੱਘ ਜਿਹੜੇ ਆ ਇਲੈਕਸ਼ਨ ਲੜ ਚੁੱਕੇ ਲੇਕਿਨ ਜਿੱਤ ਨਹੀਂ ਪ੍ਰਾਪਤ ਕਰ ਸਕੇ। ਔਰ ਇਸ ਵਾਰੀ ਜਿਹੜਾ ਵੱਡਾ ਕੱਦ ਹੈਗਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਸੋਚਣ ਨੂੰ ਮਜਬੂਰ ਕਰ ਰਿਹਾ ਕਿ ਉਹ ਇਲੈਕਸ਼ਨ ਲੜਨ ਜਾਂ ਲੜਾਣ। ਫਿਰ ਮੇਰਾ ਇੱਕ ਹੋਰ ਸਵਾਲ ਹੈ, ਜੇ ਆਪ ਨਹੀਂ ਲੜਦੇ ਪਰਿਵਾਰ 'ਚ ਕਿਸੇ ਨੂੰ ਲੜਾ ਸਕਦੇ ਨੇ? ਬਿਲਕੁਲ। ਰਾਧਿਕਾ ਚੁੱਕ ਉਹਨਾਂ ਦੀ ਮਿਸਿਸ ਹੈਗੇ ਆ, ਉਹਨਾਂ ਦੀ ਬੜੀ ਜਿਹੜੀ ਚਰਚਾਵਾਂ ਹੈਗੀਆਂ ਕਿ ਉਹ ਲੜ ਸਕਦੇ ਆ। ਲੇਡੀਜ਼ ਚਿਹਰਾ ਹੈਗਾ। ਔਰ ਲੇਡੀਜ਼ ਦੇ ਵਿੱਚ ਜੇਕਰ ਗੱਲ ਕਰੀਏ ਤੇ ਤਰੁਣ ਚੁੱਘ ਦੇ ਜਿਹੜੇ ਵਿੱਚ ਪਰਿਵਾਰ ਦੇ ਵਿੱਚੋਂ ਰਾਧਿਕਾ ਚੁੱਕ ਗਿਣਿਆ ਜਾ ਰਿਹਾ। ਹਾਲਾਂਕਿ ਰਾਧਿਕਾ ਚੁੱਕ ਜਿਹੜੇ ਹੈਗੇ ਆ ਉਹ ਹਾਲੇ ਖੁੱਲ੍ਹ ਰਾਜਨੀਤੀ ਦੇ ਵਿੱਚ ਸਕਰੀਏ ਨਹੀਂ ਹੈਗੇ ਆ, ਇਸ ਕਰਕੇ ਕੁਛ ਨਾ ਕੁਛ ਇਸ ਚੀਜ਼ ਦਾ ਵੀ ਜਿਹੜਾ ਉਹਨਾਂ ਨੂੰ ਫਰਕ ਪੈ ਸਕਦਾ ਹੈ। ਯਾਨੀ ਕਿ ਜੇ ਗੱਲ ਕੀਤੀ ਜਾਏ ਤਰੁਣ ਚੁੱਗ ਵੀ ਚਿਹਰਾ ਹੋ ਸਕਦੇ ਨੇ, ਉਹਨਾਂ ਦੇ ਪਰਿਵਾਰ 'ਚ ਵੀ ਚਿਹਰਾ ਹੋ ਸਕਦੇ ਨੇ। ਪਰ ਮੈਂ ਜਿਹੜਾ ਓਮ ਜੀ ਤੁਹਾਡਾ ਧਿਆਨ ਫਿਰ ਥੋੜਾ ਜਿਹਾ ਪਿੱਛੇ ਲੈ ਕੇ ਆਉਣਾ ਚਾਹੁੰਦਾ। ਜੇ ਤਰੁਣ ਚੁੱਗ ਨਹੀਂ ਇਲੈਕਸ਼ਨ ਲੜਦੇ, ਉਹਨਾਂ ਦੇ ਪਰਿਵਾਰ 'ਚੋਂ ਨਹੀਂ ਲੜਦਾ, ਫਿਰ ਹੋਰ ਕਿਹੜੇ ਨਾਮ ਨੇ ਜਿਹੜੇ ਲੜ ਸਕਦੇ ਨੇ? ਸੀਨੀਅਰ ਲੀਡਰਾਂ ਦੇ ਨਾਂ ਤੇ ਹੋਣਗੇ ਨਾ। ਬਿਲਕੁਲ। ਜੇਕਰ ਰਵੀ ਜੀ ਆਪਾਂ ਹਲਕੇ ਦੇ ਵਿੱਚ ਘੁੰਮਦੇ ਆ, ਤੁਸੀਂ ਦੇਖਦੇ ਹੋ ਪੋਸਟਰ ਲੱਗੇ ਹੁੰਦੇ ਦੀਵਾਰਾਂ 'ਚ। ਬਿਲਕੁਲ ਪੋਸਟਰ ਲੱਗੇ। ਔਰ ਸਭ ਤੋਂ ਪਹਿਲਾਂ ਜੇ ਗੱਲ ਕਰਾਂ ਤਾਂ ਸੈਂਟਰ ਹਲਕੇ 'ਚ ਪੋਸਟਰ ਦੀ ਸ਼ੁਰੂਆਤ ਹੋਈ ਹੈ। ਔਰ ਉਸ ਦੇ ਵਿੱਚ ਇੱਕ ਨਾਂ ਹੈਗਾ ਉਹ ਬੜਾ, ਉਹ ਵੀ ਕੱਦ ਵੱਡਾ ਹੈਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਪੂਰੇ ਸਵਾਸਥ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ, ਉਹਨਾਂ ਦੇ ਬੇਟੇ ਡਾਕਟਰ ਰਾਮ ਚਾਵਲਾ। ਹਾਲਾਂਕਿ ਡਾਕਟਰ ਰਾਮ ਚਾਵਲਾ ਦਾ ਆਪਣੇ ਪਿਤਾ ਦੇ ਨਾਲ ਜਿਹੜਾ ਕੱਦ ਗਿਣਿਆ ਜਾਂਦਾ ਹੈ। ਔਰ ਲੋਕਲ ਇਲੈਕਸ਼ਨ ਵੀ ਸ਼ਾਇਦ ਜਿੱਤੇ ਨੇ ਉਹ। ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਉਂਸਲਰ ਦੀ ਸੀਟ ਜਿੱਤੀ ਹੈ। ਔਰ ਜੇਕਰ ਗੱਲ ਕਰੀ ਮੌਜੂਦਾ ਇਸ ਵੇਲੇ ਜਨਰਲ ਸੈਕਟਰੀ ਹੈਗੇ ਬੀਜੇਪੀ ਦੇ ਵਿੱਚ। ਔਰ ਪਿਤਾ ਦਾ ਜਿਹੜਾ ਉਹਨਾਂ ਦਾ ਕੱਦ ਹੈਗਾ ਵਾ ਉਹ ਪੰਜਾਬ ਨਹੀਂ ਪੂਰੇ ਆਪਣਾ ਦੇਸ਼ ਦੇ ਜਿਹੜੇ ਬੀਜੇਪੀ ਦੇ ਉਹਨਾਂ ਦੇ ਵਿੱਚ ਗਿਣਿਆ ਜਾਂਦਾ। ਔਰ ਕਾਫੀ ਉਹਨਾਂ ਦੇ ਜਿਹੜੇ ਪਿਤਾ ਹੈਗੇ ਉਹ ਸੰਯਮ ਲੀਡਰ ਗਿਣੇ ਜਾਂਦੇ ਆ। ਔਰ ਇਸ ਵੇਲੇ ਜੇਕਰ ਪਿਤਾ ਇੰਨੀ ਰਾਜਨੀਤੀ 'ਚ ਸਕਰੀਏ ਨਹੀਂ ਹੈਗੇ, ਲੇਕਿਨ ਉਹਨਾਂ ਦੇ ਬੇਟੇ ਡਾਕਟਰ ਰਾਮ ਚਾਵਲਾ ਸਕਰੀਏ ਹੈਗੇ। ਔਰ ਪੋਸਟਰ ਦੇ ਰਾਹੀਂ ਲਗਾਤਾਰ ਜਾਨੀ ਕਿ ਡਾਕਟਰ ਰਾਜ ਚਾਵਲਾ ਵੀ ਸੈਂਟਰਲ ਹਲਕੇ 'ਚ ਇੱਕ ਬਹੁਤ ਵੱਡਾ ਚਿਹਰਾ ਹੋ ਸਕਦੇ ਨੇ। ਜੇ ਚੁੱਗ ਪਰਿਵਾਰ ਨਹੀਂ ਲੜਦਾ ਤੇ ਉਹ ਹੋ ਸਕਦਾ। ਫਿਰ ਮੇਰਾ ਇੱਕ ਹੋਰ ਸਵਾਲ ਹੈ ਓਮ ਜੀ, ਫਿਰ ਤਰੁਣ ਚੁੱਗ ਆਪਣੇ ਖਾਸਮ ਖਾਸ ਬੰਦਿਆਂ ਨੂੰ ਵੀ ਤੇ ਲੜਾ ਸਕਦੇ ਨੇ, ਫਿਰ ਉਸ ਲਿਸਟ 'ਚ ਕਿਹਦਾ ਨਾਂ ਆਉਂਦਾ? ਬਿਲਕੁਲ। ਖਾਸਮ ਖਾਸ ਦੇ ਵਿੱਚ ਜੇ ਤੁਸੀਂ ਗੱਲ ਕੀਤੀ ਹੈ ਤੇ ਜੀ ਮੈਂ ਤੁਹਾਡੀ ਗੱਲ ਕੱਟ ਰਿਹਾ। ਖਾਸਮ ਖਾਸ ਜਿਹੜੇ ਹੁੰਦੇ ਨੇ ਨਾਲ, ਉਹਨਾਂ ਨੂੰ ਵੀ ਤਾਂ ਕਿਸੇ ਨੂੰ ਟਿਕਟ ਦੇ ਸਕਦੇ ਨੇ, ਪਰਿਵਾਰ 'ਚ ਨਾ ਦੇਣ। ਬਿਲਕੁਲ। ਪਰਿਵਾਰ 'ਚ ਡਾਕਟਰ ਰਾਮ ਚਾਵਲਾ ਦੀ ਅਸੀਂ ਗੱਲ ਕੀਤੀ, ਲੇਕਿਨ ਖਾਸਮ ਖਾਸ 'ਚ ਇੱਕ ਹੋਰ ਉਹਨਾਂ ਦਾ ਨਾਂ ਚਿਹਰਾ ਹੈਗਾ ਜਿਹੜੇ ਕਾਫੀ ਕਰੀਬੀ ਗਿਣੇ ਜਾਂਦੇ। ਔਰ ਉਹਨਾਂ ਦੇ ਅੰਗ-ਸੰਗੀ ਰਹਿੰਦੇ ਚੰਦਰ ਸ਼ੇਖਰ, ਜਿਨ੍ਹਾਂ ਜਿਹੜੇ ਇਲੈਕਸ਼ਨ ਲੜ ਚੁੱਕੇ ਆ, ਵੀ ਲੜ ਚੁੱਕੇ ਆ। ਔਰ ਕਾਉਂਸਲਰ ਉਹਨਾਂ ਦੇ ਪਰਿਵਾਰ 'ਚ ਰਹਿ ਚੁੱਕੇ। ਔਰ ਜੇ ਹੁਣ ਗੱਲ ਕਰੀ ਯੁਵਾ ਤੌਰ ਤੇ ਵੀ ਕਾਫੀ ਸਕਰੀਏ ਲੀਡਰ ਹੈਗੇ। ਔਰ ਪੋਸਟਰ ਵੀ ਸ਼ਾਇਦ ਲੱਗੇ ਇਹਨਾਂ ਦੇ। ਬਿਲਕੁਲ ਪੋਸਟਰ ਵੀ। ਔਰ ਸੈਂਟਰ ਹਲਕੇ ਦੇ ਵਿੱਚ ਇੱਕ ਚੰਦਰ ਸ਼ੇਖਰ ਜਿਹੜਾ ਨਾਂ ਉਹ ਕਾਫੀ ਸਕਰੀਏ ਹੈਗਾ। ਔਰ ਲਗਾਤਾਰ ਲੋਕਲ ਜਿਹੜੀ ਵਾਲ ਸਿਟੀ ਦੀ ਰਾਜਨੀਤੀ ਦੇ ਵਿੱਚ ਉਹ ਜਿਹੜਾ ਉਥਲ ਪੁਥਲ ਕਰਨ ਦੇ ਵਿੱਚ ਮਾਹਿਰ ਚੰਦਰ ਸ਼ੇਖਰ ਦੀ ਗੱਲ। ਯਾਨੀ ਕਿ ਮੈਂ ਤੁਹਾਡੀ ਗੱਲ ਕੱਟ ਰਿਹਾ ਕਿ ਚੰਦਰ ਸ਼ੇਖਰ ਵੀ ਤਰੁਣ ਚੁੱਗ ਦੇ ਖਾਸਮ ਖਾਸ ਬੰਦਿਆਂ 'ਚੋਂ ਨਾਮ ਹੈ। ਜੇ ਤਰੁਣ ਚੁੱਗ ਹੋਣੀ ਆਪ ਇਲੈਕਸ਼ਨ ਨਹੀਂ ਲੜਦੇ ਤੇ ਜਿਹੜੇ ਉਹਨਾਂ ਦੇ ਖਾਸ ਬੰਦੇ ਨਾਂ ਦੇ ਲਿਸਟ 'ਚ ਤਰੁਣ, ਪਰ ਚੰਦਰ ਸ਼ੇਖਰ ਦਾ ਇਲਾਕੇ 'ਚ ਕੀ ਪ੍ਰਭਾਵ ਹੈ? ਇਲਾਕੇ ਦੇ ਪ੍ਰਭਾਵ ਦੀ ਗੱਲ ਕਰਾਂ ਤੇ ਕਾਉਂਸਲਰ ਰਹਿ ਚੁੱਕੇ ਮਹੇਸ਼ ਖੰਨਾ ਦੀ ਜਿਹੜੀ ਵਾਰਡ ਇਸ ਵੇਲੇ ਮੌਜੂਦਾ ਹੈਗੀ, ਉੱਥੇ ਉਹ ਕਾਉਂਸਲਰ ਰਹਿ ਚੁੱਕੇ ਪਿਛਲੀ ਸਰਕਾਰ ਦੇ ਵਿੱਚ। ਲੇਕਿਨ ਹੁਣ ਦੀ ਗੱਲ ਕਰਾਂ ਤੇ ਵਿਚਕਾਰ ਜੇਕਰ ਚੰਦਰ ਸ਼ੇਖਰ ਦੀ ਗੱਲ ਕਰਾਂ ਤੇ ਕਾਫੀ ਰਾਜਨੀਤੀ 'ਚ ਦੂਰ ਰਹੇ। ਲੇਕਿਨ ਫਿਰ ਜਦੋਂ ਚੋਣਾਂ ਲਾਗੇ ਆ ਗਈ ਹੈ ਸਕਰੀਏ ਹੋ ਗਏ ਆ, ਟਿਕਟ ਦੀ ਮੰਗ ਕਰ ਰਹੇ ਆ, ਯੁਵਾ ਹੈਗੇ ਆ,
ਯੁਵਾ ਦੇ ਨਾਲ ਜੇਕਰ ਗੱਲ ਕਰੀਏ ਤੇ ਕਾਫੀ ਜਿਹੜੀ ਆਰਐਸਐਸ ਦੀ ਗੱਲ ਕਰਾਂ ਤੇ ਉਹਦੇ ਵਿੱਚ ਵੀ ਪਕੜ ਰੱਖਦੇ ਆ। ਯਾਨੀ ਕਿ ਆਰਐਸਐਸ ਨਾਲ ਵੀ ਉਹਨਾਂ ਦੇ ਅੱਛੇ ਰਿਲੇਸ਼ਨ ਹੈ ਤੇ ਪਾਰਟੀ 'ਚ ਵੀ ਅੱਛੇ ਰਿਲੇਸ਼ਨ ਹੈ, ਔਰ ਮੌਜੂਦਾ ਜਿਨ੍ਹਾਂ ਦੀ ਸੀਟ ਹੈ ਜਿਹੜੇ ਨੁਮਾਇੰਦਗੀ ਕਰਦੇ ਉਹਨਾਂ ਨਾਲ ਵੀ ਅੱਛੇ ਰਿਲੇਸ਼ਨ ਹੈ। ਪਰ ਮੇਰਾ ਇੱਕ ਹੋਰ ਸਵਾਲ ਹੈ, ਮੇਰੇ ਦੋ ਸਵਾਲ ਨੇ। ਅਕਾਲੀ ਦਲ ਜਾ ਚੁੱਕਾ, ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਗਠਬੰਧਨ ਹੋ ਚੁੱਕਾ, ਪਰ ਪਾਰਟੀ ਦੇ ਵਿੱਚ ਕਈ ਸਿੱਖ ਚਿਹਰੇ ਵੀ ਤੇ ਹੋਣਗੇ, ਫਿਰ ਸਿੱਖ ਚਿਹਰਿਆਂ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ। ਲੱਗਦਾ ਕਿ ਕੋਈ ਸਿੱਖ ਚਿਹਰਾ ਵੀ ਹੈਗਾ ਜਿਹੜਾ ਇਸ ਚਰਚਾ ਦੇ ਵਿੱਚ ਆ ਸਕਦਾ। ਉਸ ਚਰਚਾ ਦੇ ਵਿੱਚ ਮੈਂ ਇੱਕ ਕਲੀਅਰ ਕਰਨਾ ਚਾਹੂੰਗਾ ਰਵੀ ਜੀ, ਸਿੱਖ ਚਿਹਰੇ ਦੀ ਗੱਲ ਕਰਾਂ ਤੇ ਸੈਂਟਰ ਹਲਕੇ ਦੇ ਵਿੱਚ 2 ਸਿੱਖ ਚਿਹਰੇ ਹੈਗੇ ਆ। ਇੱਕ ਕਾਉਂਸਲਰ ਹੈਗੇ ਆ ਜਰਨੈਲ ਸਿੰਘ ਢੋਟ, ਹਾਲਾਂਕਿ ਜਰਨੈਲ ਸਿੰਘ ਢੋਟ ਜਿਹੜੇ ਸਾਊਥ ਦੇ ਵਿੱਚ ਜ਼ੋਰ ਲਾ ਰਹੇ। ਉਸ ਤੋਂ ਬਾਅਦ ਜੇਕਰ ਨਾਂ ਆਉਂਦਾ ਉਹ ਸਰਬਜੀਤ ਸਿੰਘ ਸ਼ੰਟੀ ਦਾ। ਸਰਬਜੀਤ ਸਿੰਘ ਸ਼ੰਟੀ ਜਿਹੜੇ ਆ ਪਿਛਲੀ ਜਿਹੜੀ ਕਾਂਗਰਸ ਦੀ ਜਿਹੜੀ ਪਿਛਲੀ ਸਰਕਾਰ ਹੈਗੀ ਹੈ, ਇਹ ਵਾਲੀ ਸਰਕਾਰ ਦੀ ਗੱਲ ਕਰਾਂ ਉਹਦੇ ਵਿੱਚ ਵਾਰਡ ਨੰਬਰ 49 ਤੇ ਉਹਨਾਂ ਦੀ ਵਾਈਫ ਜਿਹੜੀ ਹੈ ਇਲੈਕਸ਼ਨ ਲੜ ਚੁੱਕੀ, ਲੇਕਿਨ ਹਾਰ ਦਾ ਸਾਹਮਣਾ ਕਰਨਾ ਪਿਆ। ਲੇਕਿਨ ਮੌਜੂਦਾ ਜਿਹੜੇ ਜ਼ਿਲ੍ਹੇ ਦੇ ਵਿੱਚ ਉਪ ਪ੍ਰਧਾਨ ਦੇ ਤੌਰ ਤੇ ਵਿੱਚ ਕਾਫੀ ਕੰਮ ਕਰ ਰਹੇ ਹੋ। ਔਰ ਸ਼ੰਟੀ ਉਹਨਾਂ ਦੀ ਗੱਲ ਕਰਾਂ ਤੇ ਉਹਨਾਂ ਨੇ ਇੱਕ ਜਿਹੜੀ ਹੈ NGO ਚਲਾ ਰਹੇ ਆ, ਹਾਲਾਂਕਿ ਉਸ NGO ਦਾ ਨਾਂ ਨਹੀਂ ਲੈਣਾ ਚਾਹੂੰਗਾ, NGO ਚਲਾ ਰਹੇ ਔਰ NGO ਦੇ ਤੌਰ ਤੇ ਆਪਣੀ ਜਿਹੜੀ ਵਾਲ ਸਿਟੀ ਦੀ ਰਾਜਨੀਤੀ ਦੇ ਵਿੱਚ ਕਾਫੀ ਸਕਰੀਏ ਹੈਗੇ ਔਰ ਕਾਫੀ ਐਕਟਿਵ ਚਿਹਰਾ ਹੈਗਾ, ਯੁਵਾ ਚਿਹਰਾ ਗਿਣੇ ਜਾਂਦੇ। ਯਾਨੀ ਕਿ ਸਿੱਖ ਚਿਹਰਾ ਵੀ ਹੈ, ਮੌਜੂਦਾ ਰਾਜਨੀਤੀ 'ਚ ਕਰੀਅਰ ਵੀ ਹੈ, ਔਰ ਤਰੁਣ ਚੁੱਗ ਦੀ ਖਾਸ ਟੀਮ ਦੇ ਵਿੱਚ ਵੀ ਹੈ। ਤੁਹਾਡਾ ਕਹਿਣ ਦਾ ਮਤਲਬ ਹੈਗਾ। ਫਿਰ ਜੇ ਓਮ ਜੀ ਦੀ ਸਿੱਖ ਚਿਹਰੇ ਦੀ ਗੱਲ ਕੀਤੀ, ਰਾਧਿਕਾ ਚੁੱਗ ਦੀ ਗੱਲ ਕੀਤੀ, ਫਿਰ ਹੋ ਸਕਦਾ ਕਈ ਲੇਡੀ ਨੂੰ ਵੀ ਇਹ ਸੀਟ ਮਿਲ ਜੇ। ਬਿਲਕੁਲ, ਮੈਂ ਅੱਗੇ ਰਵੀ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਲੇਡੀਜ਼ ਦੇ ਵਿੱਚ ਆਪਾਂ ਗੱਲ ਕਰੀਏ ਔਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਉਹਨਾਂ ਦਾ ਨਾਮ ਪ੍ਰੋਫੈਸਰ ਲక్ష్ਮੀਕਾਂਤ ਚਾਵਲਾ। ਪਰ ਮੈਂ ਤੁਹਾਡੀ ਗੱਲ ਕੱਟ ਰਿਹਾ। ਲక్ష్ਮੀਕਾਂਤ ਚਾਵਲਾ ਮੇਰੇ ਖਿਆਲ ਇੱਕ ਵਾਰੀ ਆਫਰ ਹੋਈ ਵੀ ਸੀ ਪਾਰਟੀ ਵੱਲੋਂ, ਉਹਨਾਂ ਨੇ ਮਨਾ ਕਰਤਾ। ਜਦੋਂ ਮੌਜੂਦਾ ਮਿਨਿਸਟਰ ਸੀ, ਕਿਤੇ ਨਾ ਕਿਤੇ ਇਹ ਗੱਲ ਦੀ ਵੀ ਇੱਕ ਟੀਸ ਰਹੇਗੀ, ਹੋ ਸਕਦਾ ਉਹ ਇਲੈਕਸ਼ਨ ਲੜ ਸਕਦਾ। ਬਿਲਕੁਲ, ਪੂਰਵ ਸਵਾਸਥ ਮੰਤਰੀ ਰਹੇ ਔਰ ਜੇ ਗੱਲ ਕਰਾਂ ਬਹੁਤ ਵੱਡਾ ਕੱਦ ਇੱਕ ਲੇਡੀਜ਼ ਦੇ BJP ਦੀ ਰਾਜਨੀਤੀ ਦੇ ਵਿੱਚ ਗਿਣਿਆ ਜਾਂਦਾ ਹੈ, ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਪ੍ਰੋਫੈਸਰ ਲక్ష్ਮੀਕਾਂਤ ਜੀ ਔਰ ਹਮੇਸ਼ਾ ਜਿਹੜੇ ਐਕਟਿਵ ਮੋਡ ਦੇ ਵਿੱਚ ਰਹਿੰਦੇ ਆ। ਜੇਕਰ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਜਾਂ ਲੋਕਾਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਉਹ ਆਪਣੀ ਸਰਕਾਰ ਨੂੰ ਘੇਰਨ ਤੋਂ ਵੀ ਨਾ ਗੁਰੇਜ਼ ਨਹੀਂ ਕਰਦੇ। ਔਰ ਅਕਸਰ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਜਿਹੜਾ ਅਰਵਿੰਦ ਕੇਜਰੀਵਾਲ ਨਾਲ ਵੇਖਣ ਨੂੰ ਮਿਲਣ ਤੋਂ ਬਾਅਦ ਬੜੀ ਚਰਚਾ ਵੀ ਚੱਲਦੀ ਹੈ ਪਿਛਲੇ ਸਮੇਂ ਦੇ ਵਿੱਚ ਵੀ। ਜੇਕਰ ਮੈਂ ਤੁਸੀਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਨਾਂ ਲਿਆ ਤਾਂ ਉਹਨਾਂ ਦੇ ਕੁੰਵਰ ਨਾਲ ਵੀ ਕਾਫੀ ਅੱਛੇ ਰਿਲੇਸ਼ਨ ਹੈ। ਇੱਕ ਜਾਤੀ ਤੌਰ ਤੇ ਰਿਲੇਸ਼ਨ, ਇੱਕ ਪਾਰਟੀ ਤੌਰ ਤੇ ਰਿਲੇਸ਼ਨ ਨਹੀਂ ਕਹਿ ਸਕਦੇ ਆ, ਕਿਉਂਕਿ ਉਹਨਾਂ ਨੇ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਤੁਸੀਂ ਸਰਕਟ ਹਾਊਸ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਅਰਵਿੰਦ ਕੇਜਰੀਵਾਲ ਨਾਲ ਉਦੋਂ ਫੋਟੋ ਕਾਫੀ ਵਾਇਰਲ ਹੋਈ ਸੀ। ਲੋਕਾਂ ਨੇ ਕਿਹਾ ਸੀ ਕਿ ਮੈਡਮ ਜਿਹੜੇ ਆ ਜੁਆਇਨ ਕਰ ਰਹੇ ਆ ਆਮ ਆਦਮੀ ਪਾਰਟੀ, ਲੇਕਿਨ ਉਹਨਾਂ ਕਲੀਅਰ ਕੱਟ ਤੌਰ ਤੇ ਜਿਹੜੇ ਉਹਨਾਂ ਦੇ ਅੰਗ ਸੰਗ ਰਹਿਣ ਵਾਲੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ, ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਮੈਡਮ ਕੋਈ ਆਮ ਆਦਮੀ ਪਾਰਟੀ ਜੁਆਇਨ ਨਹੀਂ ਕਰ ਰਹੇ, ਜਿਹੜਾ ਵੀ ਇਹ ਖਬਰ ਫੈਲਾ ਰਿਹਾ ਝੂਠੀ ਅਫਵਾਹ ਫੈਲਾ ਰਿਹਾ। ਬਿਲਕੁਲ, ਮੈਨੂੰ ਯਾਦ ਹੈ ਉਹ ਸੰਡੇ ਦਾ ਦਿਨ ਸੀ ਔਰ ਡਾਕਟਰ ਰਕੇਸ਼ ਨੇ ਸਪੈਸ਼ਲ ਅੰਮ੍ਰਿਤਸਰ ਪੇਜ ਤੇ ਇੰਟਰਵਿਊ ਵੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਲక్ష్ਮੀਕਾਂਤ ਚਾਵਲਾ ਜੋ ਭੈਣ ਜੀ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਰਹਿੰਦੇ। ਪਰ ਮੇਰਾ ਫਿਰ ਇੱਕ ਹੋਰ ਸਵਾਲ ਹੈ, ਕਿਉਂਕਿ ਤੁਹਾਡਾ ਟਾਈਮ ਤਾਂ ਬੜਾ ਲੈ ਲਿਆ, ਪਰ ਜਾਂਦੇ ਜਾਂਦੇ ਮੇਰਾ ਇੱਕ ਹੋਰ ਸਵਾਲ ਹੈ। ਮੈਨੂੰ ਇੱਕ ਗੱਲ ਦੱਸੋ, ਜੇ ਭਾਜਪਾ ਵੱਲੋਂ ਮਹਿਲਾ ਮੋਰਚਾ ਵੱਲੋਂ ਮੈਡਮ ਨਹੀਂ ਇਲੈਕਸ਼ਨ ਲੜਦੇ ਲక్ష్ਮੀਕਾਂਤ ਚਾਵਲਾ, ਫਿਰ ਕਿ ਲੇਡੀ ਸੀਟ ਕਿਹਨੂੰ ਆ ਸਕਦੀ? ਇੱਕ ਹੋਰ ਨਾਮ ਹੈਗਾ ਵਾ, ਜੇਕਰ ਗੱਲ ਕਰੀਏ ਤਾਂ ਉਹ ਨਾਮ ਹੈਗਾ ਵਾ ਮੀਨੂ ਸਹਿਗਲ, ਜਿਹੜੇ ਕਿ 30 ਸਾਲ ਤੋਂ ਰਾਜਨੀਤੀ BJP ਦੇ ਵਿੱਚ ਸਕਰੀਏ ਹੈਗੇ ਔਰ 3 ਵਾਰ ਕਾਉਂਸਲਰ ਰਹਿ ਚੁੱਕੇ ਨੇ ਔਰ ਪੰਜਾਬ ਦੇ ਨਹੀਂ ਲੋਕਲ ਜ਼ਿਲ੍ਹੇ ਦੀ BJP ਦੀ ਰਾਜਨੀਤੀ ਦੇ ਵਿੱਚ ਵੀ ਕਈ ਅਹੁਦਿਆਂ ਦੇ ਵਿੱਚ ਜਿਹੜੇ ਉਹ ਪਦ 'ਚ ਰਹਿ ਚੁੱਕੇ ਹੋ। ਮੌਜੂਦਾ ਇਸ ਵੇਲੇ ਪੰਜਾਬ ਮਹਿਲਾ ਮੋਰਚਾ ਦੇ ਉਪ ਪ੍ਰਧਾਨ ਨੇ ਔਰ ਕਾਫੀ ਕਿਤੇ ਨਾ ਕਿਤੇ ਉਹਨਾਂ ਦੀ RSS BJP ਨਾਲ ਵੀ ਰਿਲੇਸ਼ਨ ਹੈ, ਕਿਉਂਕਿ ਲੱਗਦਾ ਉਹ ਵੀ ਤੁਹਾਡੇ ਨਾਲ ਇੱਕ ਨਾਮ ਚਰਚਾ ਦਾ ਚਿਹਰਾ ਹੋ ਸਕਦਾ। ਬਿਲਕੁਲ, RSS ਦੇ ਨਾਲ ਨਤੀਜੇ ਤੇ ਤਰਾਰ ਜਿਹੜੀ ਨੇਤਾ ਗਿਣੀ ਜਾਂਦੀ ਹੈ। ਔਰ ਜੇਕਰ ਗੱਲ ਕਰੀਏ ਤੇ ਜਿਹੜੀ ਪਾਰਟੀ ਦੇ ਵਿੱਚ ਜੇ ਵਰਕਰਾਂ ਦੀ ਗੱਲ ਕਰੀਏ ਔਰ RSS ਦੀ ਤੁਸੀਂ ਗੱਲ ਕਰੀਏ, ਉਹਨਾਂ ਨੂੰ ਇੱਕ ਨਾਲ ਲੈ ਕੇ ਇੱਕ ਸਾਥ ਲੈ ਕੇ ਚੱਲਣ ਦੇ ਵਿੱਚ ਉਹਨਾਂ ਦੇ ਵਿੱਚ ਮਾਦਾ ਔਰ ਤੇ ਤਰਾਰ ਲੇਡੀਜ਼ ਦੇ ਉਹਨਾਂ ਤੇ ਮੀਨੂ ਸਹਿਗਲ ਜਿਹੜੀ ਹੈਗੀ ਉਹ ਵੀ ਲੇਡੀਜ਼ ਦੇ ਤੌਰ ਤੇ ਵਿੱਚ ਦਾਅਵੇਦਾਰੀ ਆਪਣੀ ਪੇਸ਼ ਕਰ ਸਕਦੇ। ਪਰ ਇੱਕ ਨਾਂ ਤਾਂ ਤੁਸੀਂ ਭੁੱਲ ਹੀ ਗਏ ਹੋ, ਉਹ ਨਾਂ ਹੈ ਜਿਨ੍ਹਾਂ ਦਾ ਪੈਨਲ 'ਚ ਨਾਂ 2 ਸੀਟਾਂ ਤੋਂ ਗਿਆ, ਉਹ ਹੈਗਾ ਸ਼ਵੇਤ ਮਲਿਕ। ਸੈਂਟਰ 'ਚ ਵੀ ਕਿਤੇ ਨਾ ਕਿਤੇ ਉਹ ਆਪਣਾ ਰੁਝਾਨ ਰੱਖਦੇ ਨੇ, ਤੇ ਮੈਂ ਅਗਲੀ ਸੀਟ ਦੀ ਵੀ ਨਾਲ ਗੱਲ ਕਰਾਂਗਾ। ਜੇ ਉਹ ਸੈਂਟਰ 'ਚ ਰੱਖਦੇ ਤੇ ਨੌਰਥ 'ਚ ਵੀ ਕਰਦੇ ਨੇ, ਤੇ ਮੈਂ ਚਾਹਾਂਗਾ ਕਿ ਅਗਲੀ ਚਰਚਾ ਨੌਰਥ ਦੇ ਵੀ ਕਰੀਏ ਨਾਲ। ਪਰ ਜੇ ਸ਼ਵੇਤ ਮਲਿਕ ਉਹਨਾਂ ਦਾ ਸੈਂਟਰ ਦੇ ਵਿੱਚ ਕੀ ਵਜੂਦ ਹੈ, ਕੁਛ ਉਹਨਾਂ ਦੇ ਕੋਈ ਆਸਾਰ ਹੈਗੇ ਨਾ ਲੜਨ ਦੇ? ਬਿਲਕੁਲ, ਮੈਂ ਹੁਣ ਤੁਹਾਨੂੰ ਦੱਸਣਾ ਚਾਹਾਂਗਾ 2012 ਦੇ ਵਿੱਚ ਇਲੈਕਸ਼ਨ ਹੋਈ ਸੀ ਕਾਉਂਸਲਰ ਦੀ। ਸ਼ਵੇਤ ਮਲਿਕ ਉਦੋਂ ਮੇਅਰ ਹੁੰਦੇ ਸੀ ਇਸ ਤੋਂ ਪਹਿਲੇ ਸਰਕਾਰ ਦੇ ਵਿੱਚ, ਲੇਕਿਨ 2012 ਦੀ ਕਾਉਂਸਲਰ ਦੇ ਵਿੱਚ ਵਾਰਡ ਨੰਬਰ 24 ਹੁੰਦੀ ਸੀ
ਵਾਰਡ ਨੰਬਰ 24 ਦੇ ਆਪੋਜ਼ਿਟ ਉਹਨਾਂ ਗੁਰਿੰਦਰ ਸਿੰਘ, ਜਿਨ੍ਹਾਂ ਨੇ ਉਹਨਾਂ ਨੂੰ ਉਸ ਮੌਜੂਦਾ ਸਰਕਾਰ ਦੇ ਵਿੱਚ ਜਿਹੜੀ ਹੈ ਇਲੈਕਸ਼ਨ ਨੂੰ ਜਿਹੜੀ ਸ਼ਵੇਤ ਮਲਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਜਿਹੜੇ ਸ਼ਵੇਤ ਮਲਿਕ ਸੀ ਉਹ ਥੋੜੀ ਦੇਰ ਜਿਹੜੀ ਰਾਜਨੀਤੀ ਤੋਂ ਜਿਹੜੇ ਸੀਗੇ ਥੋੜੇ ਦੂਰ ਰਹੇ, ਲੇਕਿਨ ਜਿਹੜੇ ਉਹਨਾਂ ਦਾ ਕੱਦ ਸੀਗਾ, ਜਿਹੜੇ ਉਹਨਾਂ ਦੀ ਨਜ਼ਦੀਕੀਆਂ ਸੀਗੀਆਂ, ਤੇ ਬੀਜੇਪੀ ਨੂੰ ਉਹਨਾਂ ਨੂੰ MP ਦੇ ਤੌਰ ਤੇ ਰਾਜ ਸਭਾ ਸਦੱਸਯ ਤੌਰ ਤੇ ਨਵਾਜਿਆ। ਲੇਕਿਨ ਹੁਣ ਮੌਜੂਦਾ ਰਾਜਨੀਤੀ ਦੀ ਗੱਲ ਕਰਾਂ ਤੇ ਸੈਂਟਰ ਹਲਕੇ ਦੇ ਵਿੱਚ ਜਾਂ ਭਾਵੇਂ ਇੰਨਾ ਜ਼ੋਰ ਨਾ ਲਾ ਰਹੇ, ਲੇਕਿਨ ਨਾਰਥ ਦੀ ਰਾਜਨੀਤੀ ਦੇ ਵਿੱਚ ਕਾਫੀ ਸਕਰੀਏ ਨੇ। ਫਿਰ ਤੇ ਮੈਂ ਤੁਹਾਨੂੰ ਕਹਾਂਗਾ ਆਪਾਂ ਫਿਰ ਸਿੱਧਾ ਨਾਰਥ 'ਚ ਚੱਲੀਏ, ਕਿਉਂਕਿ ਭਾਜਪਾ ਦਾ ਇੱਕ ਬਹੁਤ ਚਰਚਿਤ ਚਿਹਰਾ ਅਨਿਲ ਜੋਸ਼ੀ ਜਿਹੜਾ ਭਾਜਪਾ ਛੱਡ ਚੁੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਦੇ ਉੱਤੇ ਇਸ ਟਾਈਮ ਚੋਣ ਪ੍ਰਚਾਰ ਕਰ ਰਹੇ ਨੇ। ਉਸ ਚੋਣ ਦੇ ਉੱਤੇ ਤੇ ਆਪਾਂ ਕੋਈ ਟਿੱਪਣੀ ਨਹੀਂ ਕਰਾਂਗੇ, ਪਰ ਭਾਜਪਾ ਦੇ ਉੱਤੇ ਜ਼ਰੂਰ ਮੈਂ ਟਿੱਪਣੀ ਜਾਵਾਂਗਾ ਕਿ ਭਾਜਪਾ ਦੇ ਫਿਰ ਕਿਹੜੇ ਕਿਹੜੇ ਚਿਹਰੇ ਹੋ ਸਕਦੇ ਨੇ। ਜਿਸ ਤਰ੍ਹਾਂ ਦੀ ਸ਼ਵੇਤ ਮਲਿਕ ਦੀ ਗੱਲ ਕੀਤੀ, ਉਹ ਨਾਰਥ ਤੋਂ ਇਲੈਕਸ਼ਨ ਲੜਨ ਦੇ ਪੂਰੀ ਤਰ੍ਹਾਂ ਮੈਂ ਉਹਨਾਂ ਦੇ ਕੱਦ ਦੀ ਹੁਣ ਗੱਲ ਕਰਨ ਲੱਗਾ। ਸ਼ਵੇਤ ਮਲਿਕ ਕਾਫੀ ਵੱਡਾ ਨਾਮ, ਨਾਰਥ ਦੀ ਰਾਜਨੀਤੀ ਦੇ ਵਿੱਚ ਕਾਫੀ ਵੱਡਾ ਨਾਮ ਹੈਗਾ ਉਹ, ਔਰ ਰਾਜ ਸਭਾ ਸਦੱਸਯ ਹੈਗੇ, ਐਕਟਿਵ ਸਦੱਸਯ। ਜੇਕਰ ਗੱਲ ਕਰਾਂ ਤੇ ਟਿਕਟ ਦੀ ਦਾਅਵੇਦਾਰੀ ਦੇ ਵਿੱਚ ਸਭ ਤੋਂ ਅੱਗੇ ਨੇ ਸ਼ਵੇਤ ਮਲਿਕ, ਕਿਉਂਕਿ ਉਹਨਾਂ ਦਾ ਕੱਦ ਜਿਹੜਾ ਹੈਗਾ ਵਾ ਉਹ ਕੱਦ ਹੀ ਕਿਤੇ ਨਾ ਉਹਨਾਂ ਨੂੰ ਟਿਕਟ ਦੇ ਜਿਹੜੀ ਦੀਵਾਨ ਦੇ ਵਿੱਚ ਇੱਕ ਮਾਦਾ ਰੱਖਦਾ ਹੈ। ਜੋ ਲੋਕਲ ਰਾਜਨੀਤੀ ਪੰਜਾਬ ਦੇ ਵਿੱਚ ਪ੍ਰਧਾਨ ਵੀ ਰਹਿ ਚੁੱਕੇ ਨੇ, ਮੇਅਰ ਵੀ ਰਹਿ ਚੁੱਕੇ ਨੇ, ਕਾਉਂਸਲਰ ਵੀ ਰਹਿ ਚੁੱਕੇ ਨੇ, ਔਰ ਕਰੀਮ ਨੂੰ ਨਾਲ ਲੈ ਕੇ RSS ਦੇ ਨਾਲ ਇਸ ਟਾਈਮ ਕਈ ਮੰਤਰੀਆਂ ਸੰਤਰੀਆਂ ਨਾਲ ਸੈਂਟਰ ਦੇ ਵਿੱਚ ਉਹਨਾਂ ਦੇ ਹੱਥ ਭਿੜਦੇ ਹੋਣਗੇ। ਬਿਲਕੁਲ। ਔਰ ਪੰਜਾਬ ਦੀ ਰਾਜਨੀਤੀ ਦੇ ਜੋ ਤੁਸੀਂ ਪਹਿਲਾਂ ਚਾਰੇ ਗੱਲ ਕੀਤੀ ਤਰੁਣ ਚੁੱਗ ਦੀ, ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤੇ ਇੱਕ ਸ਼ਵੇਤ ਮਲਿਕ ਅੱਗੇ ਜਿਹੜੇ ਕਾਫੀ ਵੱਡਾ ਚਿਹਰਾ ਨੇ, ਹਾਲਾਂਕਿ ਸਟੇਟ ਲੈਵਲ। ਪਰ ਮੇਰੇ ਨਾ ਦੋ ਸਵਾਲ ਹੈ, ਫਿਰ ਤੁਹਾਨੂੰ ਕੱਟ ਰਿਹਾ ਕਿ ਸ਼ਵੇਤ ਮਲਿਕ ਹੋਣੀ ਸੈਂਟਰ 'ਚ ਵੀ ਹੱਥ ਇਲੈਕਸ਼ਨ ਲੜਨ ਦਾ ਇਹਦਾ ਮਤਲਬ ਮਨ ਰੱਖਦੇ ਨੇ ਤੇ ਨਾਰਥ 'ਚ ਵੀ ਲੜਦੇ ਨੇ, ਪਰ ਜਿਹੜੀ ਜ਼ਿਆਦਾ ਸੁਭਾਵਨਾ ਤੁਹਾਡੇ ਮਾਮਲੇ ਉਹ ਨਾਰਥ ਦੇ ਵਿੱਚ ਪਰ ਉਹਦੇ ਵਿੱਚ ਮੈਂ ਕਲੈਰੀਫਾਈ, ਦੋ ਚਿਹਰਿਆਂ ਦੀ ਲੜਾਈ ਹੈ, ਤਰੁਣ ਚੁੱਗ ਤੇ ਸ਼ਵੇਤ ਮਲਿਕ, ਜਿਹੜੇ ਕਿ ਸੈਂਟਰ ਨਾਰਥ ਦੀ ਗੱਲ ਹੈ। ਜਦ ਤੱਕ ਤਰੁਣ ਚੁੱਗ ਦੀ ਹਾਮੀ ਨਹੀਂ ਹੋਏਗੀ ਤਦ ਤੱਕ ਸ਼ਵੇਤ ਮਲਿਕ ਉਹਨਾਂ ਨੂੰ ਵੀ ਸੈਂਟਰ ਦੇ ਹਲਕੇ ਦੇ ਵਿੱਚ ਟਿਕਟ ਲੈਣੇ ਦੇ ਵਿੱਚ ਪਰੇਸ਼ਾਨੀਆਂ ਆ ਸਕਦੀ ਹੈ। ਇਸੇ ਲਈ ਨਾਰਥ ਈਜ਼ੀ ਹੋ ਗਿਆ ਉਹਨਾਂ ਵਾਸਤੇ। ਪਰ ਮੈਂ ਨਾ ਤੁਹਾਨੂੰ 1 ਮਿੰਟ ਵਾਸਤੇ ਰੋਕ ਰਿਹਾ। ਨਾਰਥ ਦੀ ਸਿਆਸਤ ਤੇ ਨਾ ਥੋੜੀ ਲੰਬੀ ਗੱਲ ਕਰਨੀ ਹੈ, ਕਿਉਂਕਿ ਨਾਰਥ ਦੇ ਵਿੱਚ ਜਿਹੜਾ ਵਿਕਾਸ ਹੈ ਉਹਦੇ ਉੱਤੇ ਜਿਹੜਾ ਬੜੀ ਲੜਾਈ ਚੱਲਦੀ ਪਈ ਹੈ ਕਿ ਕੀਤਾ ਹੈ, ਕਰਵਾਇਆ ਹੈ, ਹੋਣਾ ਹੈ, ਹੋਏਗਾ। ਹੁਣ ਜੇ ਤੁਸੀਂ ਸ਼ਵੇਤ ਮਲਿਕ ਹੋਣੀ ਨਹੀਂ ਆਉਂਦੇ ਫਿਰ ਕਿਹੜਾ ਨਾ ਹੋ ਸਕਦਾ? ਬਿਲਕੁਲ ਨਹੀਂ ਆਉਂਦੇ ਦੀ ਗੱਲ ਤੇ ਹਲੇ ਆਪਾਂ ਕਰ ਨਹੀਂ ਸਕਦੇ, ਲੇਕਿਨ ਫਿਲਹਾਲ ਐਕਟਿਵ ਹੈਗੇ ਆ। ਟਿਕਟ ਮਿਲਦੀ ਕਿ ਨਹੀਂ ਜਾਂ ਨਹੀਂ ਲੈਂਦੇ ਉਹਨਾਂ ਤੇ ਵੀ ਕਾਫੀ ਡਿਪੈਂਡ ਹੈਗਾ। ਲੇਕਿਨ ਤੁਸੀਂ ਦੂਜੇ ਚਿਹਰੇ ਦੀ ਗੱਲ ਦੀ, ਹੌਟ ਸੀਟ ਹੈਗੀ ਹੈ ਪੰਜਾਬ ਦੇ ਵਿੱਚ, ਹੌਟ ਸੀਟ ਨਾਰਥ ਸੀਟ ਹੈਗੀ ਹੈ, ਜਿਸ ਦੇ ਵਿੱਚ ਬੜੀ ਰਾਜਨੀਤੀ ਜਿਹੜੀ ਹੈ ਉਥਲ ਪੁਥਲ ਹੋ ਰਹੀ ਹੈ। ਉਸ ਦੇ ਵਿੱਚ ਜੇ ਗੱਲ ਕਰਾਂ, ਤੁਸੀਂ ਪਹਿਲਾਂ ਵੀ ਸਿੱਖ ਚਿਹਰੇ ਦੀ ਗੱਲ ਕੀਤੀ ਤੇ ਪੰਜਾਬ ਦੀ ਰਾਜਨੀਤੀ ਬੀਜੇਪੀ ਲਗਾਤਾਰ ਸਿੱਖ ਚਿਹਰੇ ਤੇ ਦਾਅਵ ਖੇਡ ਰਹੀ ਹੈ। ਉਸ ਦੇ ਵਿੱਚ ਇੱਕ ਵੱਡਾ ਚਿਹਰਾ ਨਿਕਲ ਕੇ ਆ ਸਕਦਾ ਹੈ, ਸੁਖਮਿੰਦਰ ਸਿੰਘ ਪਿੰਟੂ। ਹਾਂ, ਮੈਂ ਪਿਛਲੇ ਦਿਨਾਂ 'ਚ ਬੜੀਆਂ ਰੈਲੀਆਂ ਵੀ ਵੇਖੀਆਂ, ਔਰ ਖਾਸ ਕਰ ਉਹਨਾਂ ਨੇ ਯੂਥ ਦੇ ਨਾਲ ਰਲ ਕੇ ਜਿਹੜੇ ਨਾਰਥ 'ਚ ਪ੍ਰੋਗਰਾਮ ਕੀਤੇ ਨੇ ਉਹਨਾਂ ਦੀ ਵੀ ਚਰਚਾ ਰਹੀ ਹੈ। ਇਹਦਾ ਉਹਨਾਂ ਦੇ ਪੋਸਟਰ ਪੈਨਲ ਲੈ ਕੇ ਸੁਖਮਿੰਦਰ ਪਿੰਟੂ ਵੀ ਨਾਰਥ 'ਚ ਇੱਕ ਚਿਹਰਾ ਹੋ ਸਕਦੇ ਨੇ। ਬਿਲਕੁਲ ਹੋ ਸਕਦੇ। ਔਰ ਉਹਨਾਂ ਦੀ ਜਿਹੜੇ ਕਾਉਂਸਲਰ ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਵੋਟਾਂ ਲੈ ਕੇ ਉਹ ਹਮੇਸ਼ਾ ਵਿਜੇ ਹੀ ਰਹੇ ਆ ਔਰ ਵਿਜੇ ਰਹਿੰਦੇ ਆਏ। ਕਿਉਂਕਿ ਜੇਕਰ ਗੱਲ ਕਰੀਏ ਤਾਂ ਇੱਕ ਸਮਾਂ ਸੀਗਾ, ਮੈਨੂੰ ਯਾਦ ਨਹੀਂ, ਇਲੈਕਸ਼ਨ ਜਿਹੜੀ 2012 ਦੀ ਇਲੈਕਸ਼ਨ ਜਾਂ ਪਹਿਲੀ ਇਲੈਕਸ਼ਨ ਸੀਗੀ, ਉਹਦੇ ਵਿੱਚ ਸੁਖਮਿੰਦਰ ਪਿੰਟੂ ਦੇ ਪਰਿਵਾਰ 'ਚ ਇਲੈਕਸ਼ਨ ਲੜੀ ਗਈ ਸੀ। ਉਹਨਾਂ ਵੱਲੋਂ ਸਭ ਤੋਂ ਵੋਟਾਂ ਜਿਹੜੀ ਹਾਈਐਸਟ ਵੋਟਾਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਉਹ ਲੈ ਕੇ ਜਿੱਤੀ ਗਈ। ਔਰ ਸੁਖਮਿੰਦਰ ਪਿੰਟੂ ਆਪਣੀ ਵਾਰਡ ਦੇ ਨਾਲ, ਅਗਰ ਬੀਜੇਪੀ ਦੀ ਗੱਲ ਕਰਾਂ ਤੇ ਕਿਤੇ ਨਾ ਕਿਤੇ ਬੀਜੇਪੀ ਨੂੰ ਇਕੱਠਾ ਕਰਨ ਦੇ ਵਿੱਚ ਵੀ ਕਾਫੀ ਰੋਲ ਅਦਾ ਕਰ ਸਕਦੇ ਹੋ। ਕਿਤੇ ਨਾ ਕਿਤੇ ਉਹ ਪਹਿਲਾ ਜਿਹੜਾ ਧੜਾ ਹੁੰਦਾ ਸੀ, ਜਿਹੜਾ ਅੱਜ ਨਹੀਂ ਹੈਗਾ, ਉਸ ਧੜੇ ਦੇ ਖਾਸ ਚਿਹਰੇ ਹੀ, ਇਸ ਲਈ ਸਾਰਿਆਂ ਦੇ ਨਾਲ ਉਹਨਾਂ ਦਾ ਕੰਬਾਈਨ ਰਿਲੇਸ਼ਨ ਹੈ। ਔਰ ਮੌਜੂਦਾ ਜੇ ਗੱਲ ਕਰਾਂ, ਉਹਨਾਂ ਦੀ ਮਦਰ ਵੀ ਸ਼ਾਇਦ ਕੌਂਸਲਰ ਨੇ ਇਸ ਟਾਈਮ ਨਾਰਥ ਹਲਕੇ ਚੋਂ ਹੀ। ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਨਾਰਥ ਹਲਕੇ ਦੇ ਵਿੱਚ ਜੇਕਰ ਸਿੱਖ ਚਿਹਰੇ ਦੀ ਅਸੀਂ ਗੱਲ ਕਰ ਰਹੇ ਹਾਂ ਤੇ 80 ਤੋਂ 90 ਹਜ਼ਾਰ ਜਿਹੜੀ ਹੈ ਸਿੱਖ ਵੋਟ ਹੈਗੀ ਹੈ, ਔਰ ਉਸ ਤੋਂ ਬਾਅਦ ਜਿਹੜੀ ਹੈ ਹਿੰਦੂ ਵੋਟ ਹੈਗੀ। ਔਰ ਸੁਖਮਿੰਦਰ ਪਿੰਟੂ ਇੱਕ ਐਸੇ ਲੀਡਰ ਹੈਗੇ ਜਿਹੜੇ ਦੋਨੋਂ ਵੋਟ ਬੈਂਕ ਦੇ ਵਿੱਚ ਅਸਰ ਕਰਦੇ ਔਰ ਕਿਤੇ ਨਾ ਕਿਤੇ ਦੂਸਰੀ ਕੋਈ ਵਿਰੋਧੀ ਪਾਰਟੀਆਂ ਦੇ ਜਿਹੜਾ ਵੋਟ ਹੈਗਾ ਉਸ ਤੇ ਵੀ ਇਫੈਕਟ ਕਰਦੇ। ਔਰ ਸਭ ਤੋਂ ਵੱਡੀ ਗੱਲ ਹੈ ਮੇਰੀ ਰਵੀ ਜੀ ਕਿ ਸੁਖਮਿੰਦਰ ਪਿੰਟੂ ਨੂੰ ਅਗਰ ਟਿਕਟ ਮਿਲਦੀ ਹੈ ਤੇ ਜ਼ਰੂਰ ਉਹ ਬੀਜੇਪੀ ਨੂੰ ਇਕੱਠਾ ਕਰਨ ਦੇ ਵਿੱਚ ਕਾਮਯਾਬ ਸਾਬਿਤ ਹੋ ਸਕਦੇ ਨੇ। ਯਾਨੀ ਕਿ ਜੀ ਇੱਕੋ ਝੰਡੇ ਤੇ ਇੱਕੋ ਝੰਡੇ ਥੱਲੇ ਪਾਰਟੀ ਕਰ ਸਕਦੇ ਸੁਖਮਿੰਦਰ ਪਿੰਟੂ, ਪਰ ਜੇ ਸੁਖਮਿੰਦਰ ਪਿੰਟੂ ਨਹੀਂ ਆਉਂਦੇ ਫਿਰ ਹੋਰ ਕਿਹੜਾ ਨਾ ਹੋ ਸਕਦਾ? ਬਿਲਕੁਲ। ਇੱਕ ਨਾ ਜੇਕਰ ਸੁਖਮਿੰਦਰ ਪਿੰਟੂ ਨਹੀਂ ਆਉਂਦੇ ਤੇ ਇੱਕ ਹੋਰ ਐਕਟਿਵ ਚਿਹਰਾ ਹੈਗਾ ਵਾ, ਜਿਹੜਾ ਕਿ ਫੇਸਬੁੱਕ ਤੇ ਵੀ ਅਸੀਂ ਦੇਖਿਆ ਤੇ ਕਈ ਜਗ੍ਹਾ ਵੀ ਦੇਖਿਆ ਕਿ ਉਹ ਵੀ ਟਿਕਟ ਦੀ ਦਾਅਵੇਦਾਰੀ ਕਰ ਰਿਹਾ। ਉਹਦਾ ਨਾਮ ਹੈਗਾ ਪੱਪੂ ਮਹਾਜਨ, ਰਜਿੰਦਰ ਕੁਮਾਰ ਪੱਪੂ ਮਹਾਜਨ। ਉਹ ਵੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦੇ, ਪੰਜਾਬ ਬੀਜੇਪੀ ਕਾਰਜਕਾਰਨੀ ਸਦੱਸਯ ਨੇ ਔਰ ਨਾਰਥ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਹੋਈ ਹੈ, ਕਾਉਂਸਲਰ ਰਹਿ ਚੁੱਕੇ। ਉਹਨਾਂ ਦੀ ਮਿਸਿਸ ਜਿਹੜੇ ਨੀਤੂ ਮਹਾਜਨ ਉਹ ਕਾਉਂਸਲਰ ਰਹਿ ਚੁੱਕੇ ਨੇ। ਇਸ ਦੇ ਨਾਲ ਜੇਕਰ ਗੱਲ ਕਰੀਏ ਤੇ ਜਿਹੜੇ ਪੱਪੂ ਮਹਾਜਨ ਹੈਗੇ ਉਹ ਨਾਰਥ ਦੀ ਰਾਜਨੀਤੀ ਵਿੱਚ ਬੀਜੇਪੀ ਦੇ ਤੌਰ ਤੇ ਜਿਹੜੇ RSS ਦੇ ਨਾਲ ਨਜ਼ਦੀਕੀਆਂ ਗਿਆ ਔਰ ਐਕਟਿਵ ਗਿਣੇ ਜਾਂਦੇ ਆ। ਜੇਕਰ ਗੱਲ ਕਰੀਏ ਤਾਂ ਇੱਕ ਹਸਾਨ ਵਾਲਾ ਚਿਹਰਾ ਵੀ ਗਿਣਿਆ ਜਾਂਦਾ ਹੈ, ਹਮੇਸ਼ਾ ਖੁਸ਼ਦਿਲ ਚਿਹਰਾ ਗਿਣਿਆ ਜਾਂਦਾ ਹੈ। ਕਿਸੇ ਦੀ ਵੀ ਰਾਜਨੀਤੀ ਦੇ ਵਿੱਚ ਅਗਰ ਲੀਡਰੀ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਂਦੇ ਤੇ ਉਹਨਾਂ ਨੂੰ ਖੁਸ਼ਦਿਲ ਚਿਹਰੇ ਤੋਂ ਗਿਣਿਆ ਜਾਂਦਾ ਹੈ। ਲੇਕਿਨ ਸਵਾਲ ਹੈ ਹੈਗਾ ਕਿ ਪੱਪੂ ਮਹਾਜਨ ਟਿਕਟ ਦੀ ਦਾਅਵੇਦਾਰੀ ਕਰ ਰਹੇ ਆ, ਲੇਕਿਨ
ਕਿਹੜੇ ਦਾਅਵੇਦਾਰ ਹੈਗੇ ਉਹਨਾਂ ਦਾਅਵੇਦਾਰੀਆਂ 'ਚ ਪੱਪੂ ਮਾਨ ਆਪਣੀ ਦਾਅਵੇਦਾਰੀ ਕਿੰਨਾ ਕਿ ਅੱਛੀ ਸਾਬਿਤ ਕਰਦੇ ਆ, ਕਿੰਨਾ ਕਿ ਨਜ਼ਦੀਕੀਆਂ ਜ਼ਰੂਰ ਹੈ ਬੀਜੇਪੀ ਤੇ ਆਰਐਸਐਸ ਦੇ ਨਾਲ, ਲੇਕਿਨ ਟਿਕਟ ਲੜਨ ਦੀ ਜਿਹੜੀ ਮੌਜੂਦਾ ਰਾਜਨੀਤੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਫਿੱਟ ਪੈਂਦੇ ਉਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਨਾਰਥ ਦੀ ਰਾਜਨੀਤੀ ਉਹ ਲਗਾਤਾਰ ਗਰਮ ਹੈ। ਪਰ ਮੈਂ ਤੁਹਾਡਾ ਧਿਆਨ ਇੱਕ ਪਾਸੇ ਹੋਰ ਲੈ ਕੇ ਜਾਣਾ ਚਾਹੁੰਦਾ। ਤੁਸੀਂ ਨਾਰਥ ਦੀ ਗੱਲ ਕਰਦੇ ਹੋ ਤੇ ਜੇ ਗੱਲ ਕੀਤੀ ਜਾਏ ਅੰਮ੍ਰਿਤਸਰ ਨਗਰ ਨਿਗਮ ਦੀ, ਤੇ ਵਿਪਕਸ਼ ਦੀ ਨੇਤਾ ਸੰਧਿਆ ਸਿੱਕਾ ਜਿਹੜੇ ਹੈ ਉਹ ਵੀ ਉਸ ਨਾਰਥ 'ਚ ਹੈਗੇ ਨੇ, ਫਿਰ ਉਹਨਾਂ ਦਾ ਨਾਮ ਵੀ ਇਸ ਚਰਚਾ 'ਚ ਹੈ। ਬਿਲਕੁਲ ਅਨੂ ਸਿੱਕਾ ਤੇ ਸੰਧਿਆ ਸਿੱਕਾ ਇਹ ਇੱਕ ਕਪਲ ਪਰਿਵਾਰ ਗਿਣਿਆ ਜਾਂਦਾ ਬੀਜੇਪੀ ਦੀ ਰਾਜਨੀਤੀ ਦੇ ਵਿੱਚ, ਔਰ ਉਸ ਦੇ ਨਾਲ ਮੈਂ ਗੱਲ ਕਰਾਂ ਦੋਨੋਂ ਹੀ ਐਕਟਿਵ ਪਰਸਨ। ਲੇਕਿਨ ਮੌਜੂਦਾ ਰਾਜਨੀਤੀ ਦੀ ਨਗਰ ਨਿਗਮ ਦੀ ਗੱਲ ਕਰਤੀ ਮੈਂ ਥੋੜਾ ਚਾਨਣਾ ਬੰਦਾ ਕਿਤੇ ਨਾ ਕਿਤੇ ਸੰਧਿਆ ਸਿੱਕਾ ਜਿਹੜੇ ਹੈਗੇ ਉਹ ਆਪਣੀ ਭੂਮਿਕਾ ਦੇ ਵਿੱਚ ਉਸ ਤਰ੍ਹਾਂ ਨਜ਼ਰ ਨਹੀਂ ਆਏ। ਜੇ ਕਹੀਏ ਤੇ ਜਿਹੜੀ ਇੱਕ ਵਿਪਕਸ਼ ਦੀ ਭੂਮਿਕਾ ਹੁੰਦੀ ਆ ਉਹਦੇ ਵਿੱਚ ਕਮਜ਼ੋਰ ਨਜ਼ਰ ਆਇਆ, ਜਿਸ ਕਾਰਨ। ਔਰ ਦੂਸਰੀ ਗੱਲ ਇੱਕ ਰਾਜਨੀਤਿਕ ਘਰਾਣੇ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਜੁੜਿਆ ਹੈ, ਰਿਸ਼ਤੇਦਾਰੀ ਹੈਗੀ ਆ। ਬੀਜੇਪੀ ਕਈ ਜਿਹੜੇ ਉਹਨਾਂ ਦੇ ਆਪੋਜੀਸ਼ਨ ਹੈਗੀ ਆ ਧੜੇਬੰਦੀਆਂ, ਉਹ ਇਸ ਰਿਸ਼ਤੇਦਾਰੀ ਨੂੰ ਵੀ ਬਣਾਉਣਾ ਚਾਹੁੰਦੇ ਨੇ, ਕਮਜ਼ੋਰੀਆਂ ਨਹੀਂ ਗੱਲ। ਲੇਕਿਨ ਸੰਧਿਆ ਸਿੱਕਾ ਤੇ ਅਨੂ ਸਿੱਕਾ ਜਿਹੜੇ ਪਾਰਟੀ ਬੀਜੇਪੀ ਦੇ ਵਿੱਚ ਕਾਫੀ ਵਫਾਦਾਰ ਗਿਣੇ ਜਾਂਦੇ, ਔਰ ਆਰਐਸਐਸ ਦੇ ਨਾਲ ਇਹਨਾਂ ਦੀ ਵੀ ਨਜ਼ਦੀਕੀਆਂ ਹੈਗੀ ਹੈ। ਯਾਨੀ ਕਿ ਇੱਕ ਚਿਹਰਾ ਹੋ ਸਕਦੇ ਨੇ ਕਿਸ ਤਰ੍ਹਾਂ ਦਾ ਇਹਨਾਂ ਦਾ ਸਿਸਟਮ ਮਤਲਬ ਕਿ ਬੀਜੇਪੀ ਕਰਾਂਦੀ ਹੈ ਜਾਂ ਕਿਸ ਤਰ੍ਹਾਂ ਕਰਦੀ ਹੈ, ਲੇਕਿਨ ਚਿਹਰਾ ਹੋ ਸਕਦੇ ਨੇ। ਆਉਣ ਵਾਲਾ ਸਮਾਂ ਦੱਸੇਗਾ ਟਿਕਟ ਕਿਹਨੂੰ ਮਿਲਦੀ। ਲੇਕਿਨ ਇਹ ਕਿਤੇ ਨਾ ਕਿਤੇ ਜਿਹੜੇ ਦਾਅਵੇਦਾਰੀਆਂ ਜਿਹੜੇ ਤੁਹਾਨੂੰ ਆਪਾਂ ਗੱਲ ਕੀਤੀ, ਤੁਹਾਨੂੰ ਦਰਸ਼ਕੋ ਦੱਸ ਦਈਏ ਜਿਹੜੇ ਗੱਲ ਕੀਤੀ ਇਹ ਦਾਅਵੇਦਾਰੀਆਂ ਤੋਂ ਵਿੱਚ ਨਿਕਲ ਕੇ ਆਉਂਦੇ ਆ। ਯਾਨੀ ਕਿ ਜੇ ਮੈਂ ਇੱਕ ਵਾਰ ਸੰਖੇਪ ਦੇ ਵਿੱਚ ਦੁਬਾਰਾ ਬੋਲਣਾ ਚਾਹਾਂ ਤੇ ਜੇ ਨਾਰਥ ਹਲਕੇ ਦੀ ਗੱਲ ਕੀਤੀ ਜਾਵੇ, ਸ਼ਵੇਤ ਮਲਿਕ ਹੋ ਸਕਦੇ ਨੇ, ਸੁਖਮਿੰਦਰ ਪਿੰਟੂ ਇੱਕ ਹੋ ਸਕਦੇ ਨੇ, ਪੱਪੂ ਮਾਜਨ ਹੋ ਸਕਦੇ ਨੇ, ਸੰਧਿਆ ਸਿੱਕਾ ਹੋ ਸਕਦੇ ਨੇ, ਅਨੂ ਸਿੱਕਾ ਹੋ ਸਕਦੇ ਨੇ। ਜੇ ਸੁਖਮਿੰਦਰ ਪਿੰਟੂ ਸਿੱਖ ਚਿਹਰੇ ਵੱਲੋਂ ਤੇ ਬੀਜੇਪੀ ਦੇ ਜਿਹੜੇ ਕਾਡਰ ਵੱਲੋਂ ਸਾਰਿਆਂ ਨੂੰ ਇਕੱਠਾ ਕਰ ਸਕਦੇ ਨੇ, ਤੇ ਸਿੱਖ ਚਿਹਰੇ ਦੀ ਗੱਲ ਕੀਤੀ, ਫਿਰ ਮੈਂ ਨਾ ਇੱਕ ਸਿੱਖ ਸੀਟ ਦੇ ਉੱਤੇ ਪਹਿਲਾਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ। ਸਾਊਥ ਹਲਕਾ ਪਿਓਰ ਸਿੱਖ ਸੀਟ ਹੈ, ਤੇ ਫਿਰ ਲੱਗਦਾ ਕਿ ਫਿਰ ਬੀਜੇਪੀ ਉੱਥੇ ਕਿਹੜੇ ਕੈਂਡੀਡੇਟ ਜਿਹੜੇ ਆ ਸਕਦੇ ਨੇ, ਉੱਥੇ ਕਿੰਨੇ ਕੈਂਡੀਡੇਟ ਹੈ ਜੇ ਬੀਜੇਪੀ ਉੱਥੇ, ਕਿਉਂਕਿ ਉਹ ਸੀਟ ਹਮੇਸ਼ਾ ਅਕਾਲੀ ਦਲ ਕੋਲ ਰਹੀ ਹੈ। ਕਿਆ ਐਤਕੀ ਕੈਪਟਨ ਅਮਰਿੰਦਰ ਸਿੰਘ ਉੱਥੇ ਇਲੈਕਸ਼ਨ ਲੜਨਗੇ, ਜੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਜਾਏਗੀ ਕਿ ਬੀਜੇਪੀ ਦਾ ਜੇ ਚਿਹਰਾ ਆਉਂਦਾ ਤਾਂ ਫਿਰ ਕੌਣ ਹੋ ਸਕਦਾ? ਬਿਲਕੁਲ ਬੀਜੇਪੀ ਚਿਹਰੇ ਗੱਲ ਕਰਦੇ ਕਮਰਵੀਰ ਸਿੰਘ ਮੰਜਿਲ ਦੀ ਮੈਂ ਨਾਂ ਲਵਾਂਗਾ, ਜਿਹੜੇ ਕਿ ਕਾਫੀ ਐਕਟਿਵ ਹੈਗੇ ਔਰ ਪਿਛਲੇ ਕਾਫੀ ਦਿਨਾਂ ਦੇ ਵਿੱਚ ਲਗਾਤਾਰ ਸਾਊਥ ਦੇ ਵਿੱਚ ਐਕਟਿਵ ਨਜ਼ਰ ਆਉਂਦੇ, ਰੈਲੀਆਂ ਕੀਤੀਆਂ, ਮੀਟਿੰਗਾਂ ਕਰ ਰਹੇ ਹੈ, ਯੁਵਾ ਮੋਰਚਾ ਨਾਲ ਰਲ ਕੇ ਉਹਨਾਂ ਨੇ ਰੋਡ ਮਾਰਚ ਕੱਢੇ ਔਰ ਕਾਫੀ ਹੁਲਾਰਾ ਮਿਲਿਆ। ਹਾਲਾਂਕਿ ਸਾਊਥ ਦੀ ਗੱਲ ਕਰਾਂ ਤੇ ਸਿੱਖ ਰਾਜਨੀਤੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਹਲਕਾ ਹੈਗਾ ਉਹ ਸਾਊਥ ਦੇ ਵਿੱਚ, ਔਰ ਉਹਦੇ ਵਿੱਚ ਬੀਜੇਪੀ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਇੱਕ ਝੰਡਾ ਕੀ ਇੱਕ ਗੱਡੀ ਲੈ ਕੇ ਵੀ ਆਪਣਾ ਸਟicker ਲੈ ਕੇ ਨਹੀਂ ਚੱਲ ਸਕਦੇ ਸੀ, ਕਿਉਂਕਿ ਸਾਊਥ ਦੇ ਵਿੱਚ ਹਮੇਸ਼ਾ ਬੀਜੇਪੀ ਜਾਣ ਤੋਂ ਡਰਦੀ। ਲੇਕਿਨ ਕੰਵਰਵੀਰ ਸਿੰਘ ਮੰਜਿਲ ਉਸ ਟਾਈਮ ਵੀ ਜਿਹੜਾ ਪਾਰਟੀ ਦਾ ਝੰਡਾ ਲੈ ਕੇ ਉੱਥੇ ਬੁਲੰਦ ਰੱਖਿਆ ਹੈ। ਉਸ ਦੇ ਨਾਲ ਮੈਂ ਹਾਲੇ ਤੁਹਾਨੂੰ ਹੋਰ ਦੱਸ ਦੇਵਾਂ ਕਿ ਕੰਵਰਵੀਰ ਸਿੰਘ ਮੰਜਿਲ ਜਿਹੜੇ ਹੈਗੇ ਆ ਉਹ ਬੀਜੇਪੀ ਜਿਹੜੇ BC ਸੈੱਲ ਜਿਹੜੇ ਹੈਗੇ ਉਹਦੇ ਵਿੱਚ ਵੀ ਕਾਫੀ ਜਿਹੜਾ ਉਹਦੇ ਵਿੱਚ ਐਕਟਿਵ ਹੈਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਔਰ ਕੰਵਰਵੀਰ ਸਿੰਘ ਮੰਜਿਲ ਲਗਾਤਾਰ ਜਿਹੜੀ ਹੈ ਸਿੱਖ ਟਿਕਟ ਦੀ ਮੰਗ ਕਰ ਰਹੇ ਆ। ਹਾਲਾਂਕਿ ਕੈਪਟਨ ਨਾਲ ਵੀ ਸਮਝੌਤੇ, ਪਰ ਕੱਲੇ ਕੰਵਰ ਸਿੰਘ ਮੰਜਲ ਹੈ ਕਿ ਹੋਰ ਵੀ ਕੋਈ ਚਿਹਰਾ ਹੋ ਸਕਦਾ? ਹੋਰ ਵੀ ਨਾਮ ਹੈਗਾ, ਔਰ ਨਾਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸੈਂਟਰਲ ਹਲਕੇ ਦੇ ਵਿੱਚ ਜਿਹੜੇ ਕਿ ਕਾਉਂਸਲਰ ਹੈਗੇ ਜਰਨੈਲ ਸਿੰਘ ਟੋਟ, ਜਿਹੜੇ ਕਿ ਉਹ ਵੀ ਕਾਫੀ ਐਕਟਿਵ ਹੈਗੇ, ਯੁਵਾ ਨੇਤਾ ਹੈਗੇ ਆ ਔਰ ਸਭ ਨੂੰ ਨਾਲ ਲੈ ਕੇ ਚੱਲਦੇ। ਜੇਕਰ ਗੱਲ ਕਰੀਏ ਸਿੱਖ ਰਾਜਨੀਤੀ ਦੇ ਵਿੱਚ ਉਹਨਾਂ ਦੀ ਪਕੜ ਹੈਗੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਸਿੱਖ ਰਾਜਨੀਤੀ 'ਚ ਉਹਨਾਂ ਦੀ ਪਕੜ ਹੈਗੀ ਹੈ। ਪਰ ਇਹਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਜਿਹੜੀ ਮੇਰੇ ਮਨ 'ਚ ਆਈ ਹੈ, ਉਹਨਾਂ ਦੀ ਆਰਐਸਐਸ 'ਚ ਵੀ ਪਕੜ ਹੈਗੀ ਏ। ਉਹ ਭਾਜਪਾ ਦੇ ਪੁਰਾਣੇ ਕੰਵਰ ਸਿੰਘ ਮੰਜਲ ਜਿਹੜੇ ਉਹ ਕੁਝ ਸਮੇਂ ਪਹਿਲਾਂ ਹੀ ਭਾਜਪਾ ਦੇ, ਇਹ ਵੀ ਇੱਕ ਫੈਕਟਰ ਕੰਮ ਕਰੇਗਾ। ਬਿਲਕੁਲ ਪਕੜ ਹੈਗੀ। ਔਰ ਮੈਂ ਤੁਹਾਨੂੰ ਕਹਿੰਦਾ ਉਹਨਾਂ ਸਭ ਤੋਂ ਜ਼ਿਆਦਾ ਜੇਕਰ ਕੰਮ ਕੀਤਾ ਤਾਂ ਉਹ ਜਿਹੜੇ ਆਪਣੀ ਹੀ ਸਰਕਾਰ ਦੇ ਵਿੱਚ ਬੀਜੇਪੀ ਦੇ ਨਾਲ ਜਿਹੜੇ ਗਲਿਆਰੇ ਦੇ ਜੇ ਦਰਬਾਰ ਸਾਹਿਬ ਦੇ ਜੋ ਹੋਟਲ ਐਸੋਸੀਏਸ਼ਨ ਦੀ ਜੰਗਾਂ ਸੀਗੀਆਂ, ਜਿਹਦੇ ਵਿੱਚ ਮੰਗਾਂ ਨੂੰ ਲੈ ਕੇ ਜਿਹੜੀ ਉਹਦੇ ਵਿੱਚ ਕਾਫੀ ਸਕਰੀਏ ਸੀਗੇ, ਕਾਫੀ ਕੁਝ ਉਹਨਾਂ ਨੇ ਆਪਣੀ ਵਾਰਡ ਦੇ ਵਿੱਚ ਕੰਮ ਕੀਤਾ। ਲੇਕਿਨ ਬੀਜੇਪੀ ਦੇ ਝੰਡੇ ਦੇ ਥੱਲੇ ਹੁਣ ਸਾਊਥ ਹਲਕੇ ਦੇ ਵਿੱਚ ਪਹੁੰਚੇ ਨੇ ਔਰ ਲਗਾਤਾਰ ਫਿਰ ਤੇ ਦੋਨੇ ਲੀਡਰ ਜਿਹੜੇ ਆ ਇੱਕੋ ਜਿਹੇ ਹੋ ਗਏ, ਦੋਨੇ ਦਮਦਾਰ ਹੋ ਗਏ। ਪਾਰਟੀ ਦੋਨਾਂ ਚੋਂ ਕਿਸੇ ਨੂੰ ਵੀ ਇੱਕ ਬੰਦੇ ਨੂੰ ਟਿਕਟ ਦੇ ਸਕਦੀ। ਬਿਲਕੁਲ ਦੋਨੋਂ ਯੁਵਾ ਨੇਤਾ ਗਏ। ਦੋਨਾਂ ਦੀ ਗੱਲ ਕਰਾਂ ਤਾਂ ਦੋਨੋਂ ਯੁਵਾ ਨੇਤਾ। ਜਰਨੈਲ ਸਿੰਘ ਟੋਟ ਵੀ 2 ਵਾਰ ਜਿਹੜੇ ਪਾਰਸ਼ਦ ਹੈਗੇ ਆ, ਉਸ ਤੋਂ ਬਾਅਦ ਕਵਰ ਸੀ ਮੌਜੂਦਾ ਸਰਕਾਰ 'ਚ ਵੀ ਸ਼ਾਇਦ ਉਹ ਕਾਉਂਸਲਰ ਹੈ, ਮੌਜੂਦਾ ਆਪੋਜੀਸ਼ਨ ਦੇ ਵਿੱਚ ਵੀ ਉਹ ਕਾਉਂਸਲਰ ਹੈਗੇ ਨੇ। ਔਰ ਵੱਡੀ ਗੱਲ ਹੈਗੀ ਹੈ ਕਿ ਲਗਾਤਾਰ ਉਸ ਵੋਟ ਬੈਂਕ ਤੋਂ ਜਿੱਤੇ ਆਏ, ਉਸ ਸੀਟ ਤੋਂ ਜਿੱਤੇ ਜਿੱਥੇ ਸਿੱਖ ਵੋਟ ਬੈਂਕ ਦਾ ਕਾਫੀ ਇਫੈਕਟ, ਔਰ ਬੀਜੇਪੀ ਨੂੰ ਜਿਹੜਾ ਜਰਨੈਲ ਸਿੰਘ ਟੋਟ ਦੀ ਜਿਹੜੀ ਸਿੱਖ ਵੋਟ ਬੈਂਕ ਦਾ ਉਹਦਾ ਵੀ ਕਾਫੀ ਫਾਇਦਾ ਹੋ ਸਕਦਾ। ਔਰ ਮੈਂ ਜਿਹੜੀ ਗੱਲ ਤੁਸੀਂ ਹੁਣ ਕੀਤੀ ਨਾ ਕਿ ਵਿਪਕਸ਼ 'ਚ ਉਹ ਲਾਸਟ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ 'ਚ ਵੀ ਇਹਨਾਂ ਨੇ ਚੰਗਾ ਹੰਗਾਮਾ ਕੀਤਾ ਸੀ ਜਰਨੈਲ ਟੋਟ ਉਹਨਾਂ ਨੇ, ਔਰ ਚੰਗੀ ਤਰ੍ਹਾਂ ਜਿਹੜਾ ਸਰਕਾਰ ਨੂੰ ਘੇਰਿਆ ਸੀ। ਪਰ ਮੇਰੀ ਫਿਰ ਇੱਕ ਗੱਲ ਸਵਾਲ ਤੇ ਓਮ ਜੀ ਹੋ ਰਿਹਾ, ਜੇ ਇਹ ਸੀਟ ਪਹਿਲਾਂ ਸਮਝੌਤੇ 'ਚ ਨਹੀਂ ਸੀ
ਤੇ ਜੇ ਕੈਪਟਨ ਅਮਰਿੰਦਰ ਸਿੰਘ ਲੈਂਦੇ ਨੇ ਫਿਰ ਇਹ ਜਿਹੜੇ ਇਹ ਸਮੀਕਰਨ ਚੇਂਜ ਹੋ ਸਕਦੇ ਨੇ। ਬਿਲਕੁਲ ਸਮੀਕਰਨ ਚੇਂਜ ਹੁੰਦੇ। ਪਰ ਜਰਨੈਲ ਸਿੰਘ ਢੋਟ ਦੀ ਗੱਲ ਕਰਾਂ ਤਾਂ ਮੁੱਦਿਆਂ ਦੇ ਵਿੱਚ ਮੁੱਦਿਆਂ ਉਠਾਉਣ ਦੇ ਵਿੱਚ ਵੀ ਕਾਫੀ ਮਾਹਿਰ ਗਿਣੇ ਜਾਂਦੇ ਔਰ ਨਗਰ ਨਿਗਮ ਦੇ ਵਿੱਚ ਲਗਾਤਾਰ ਮੁੱਦੇ ਉਠਾਉਂਦੇ। ਲੇਕਿਨ ਜਿਹੜੀ ਲੋਕ ਕਾਂਗਰਸ, ਪੰਜਾਬ ਲੋਕ ਕਾਂਗਰਸ ਦੀ ਗੱਲ ਕਰਾਂਗੇ ਤਾਂ ਉਸ ਦੇ ਵਿੱਚ ਜਿਹੜਾ ਪੂਰਾ ਵਿਧਾਇਕ ਜਿਹੜੇ ਹੈਗੇ ਆ ਉਹ ਰਹਿ ਚੁੱਕੇ ਨੇ 2002 ਤੋਂ 2007 ਦੇ ਵਿੱਚ ਹਰਜਿੰਦਰ ਸਿੰਘ ਠੇਕੇਦਾਰ, ਜਿਹੜੇ ਕਿ ਸਮੀਕਰਨ ਨੂੰ ਚੇਂਜ ਕਰ ਸਕਦੇ ਨੇ। ਮੌਜੂਦਾ ਸਾਊਥ ਦੀ ਸੀਟ ਤੁਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਉਹ ਬੀਜੇਪੀ ਕੀ ਨਹੀਂ ਹੁੰਦੀ ਸੀ, ਉਹ ਅਕਾਲੀ ਦਲ ਕੋ ਹੁੰਦੀ ਸੀ। ਲੇਕਿਨ ਇਸ ਟਾਈਮ ਬੀਜੇਪੀ ਆਪਣੇ ਤੌਰ ਤੇ 117 ਸੀਟਾਂ ਤੇ ਇਲੈਕਸ਼ਨ ਲੜ ਰਹੀ ਹੈ। ਗੱਠਜੋੜ ਦੇ ਵਿੱਚ ਕਿੰਨੀਆਂ ਸੀਟਾਂ ਉਹ ਵੰਡੀਆਂ ਜਾਣਗੀਆਂ, ਕਲੀਅਰ ਹੋ ਜਾਣਾ ਅਗਲੇ 1-2 ਦਿਨਾਂ ਤੱਕ ਹੋ ਸਕਦਾ। ਸਾਡੇ ਪ੍ਰੋਗਰਾਮ ਕਰਦੇ ਕਰਦੇ ਕਿਉਂਕਿ ਕੁਝ WhatsApp ਤੇ ਮੈਸੇਜ ਆ ਰਹੇ ਨੇ, ਅਸੀਂ ਸੂਤਰਾਂ ਨਾਲ ਗੱਲ ਕਰ ਰਹੇ ਸੀ, ਉਸ ਦਾ ਕਲੀਅਰ ਹੋ ਜਾਏ। ਪਰ ਇਹਦੇ ਨਾਲ ਇੱਕ ਗੱਲ ਤੇ ਬਹੁਤ ਕਲੀਅਰ ਹੈਗੀ, ਸਾਊਥ ਹਲਕੇ ਜੋ ਕਬਰਵੀਰ ਸਿੰਘ ਮੰਜਲ ਔਰ ਜਰਨੈਲ ਸਿੰਘ ਢੋਟ ਦੋਨੇ ਹੀ ਸਟਰੋਂਗ ਕੈਂਡੀਡੇਟ ਹੈ। ਕਿਤੇ ਨਾ ਕਿਤੇ ਫਾਈਟ ਦੇ ਵਿੱਚ ਪਹਿਲੇ ਦਿਨ ਤੋਂ ਹੀ ਆ ਜਾਣਗੇ। ਔਰ ਉਹ ਇਫੈਕਟ ਅਗਰ ਕੋਈ ਸੀਟ ਹੁੰਦੀ ਹੈ ਤੇ ਉਹ ਸਿਰਫ ਡਿਪੈਂਡ ਕਰਦੀ ਹੈ ਗੱਠਜੋੜ ਤੇ, ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਉਸ ਤੋਂ ਬਾਅਦ ਅਗਰ ਕੋਈ ਚਿਹਰਾ ਨਿਕਲ ਕੇ ਆ ਸਕਦਾ ਹੈ ਤੇ ਉਹ ਹੈਗਾ ਪੂਰਵ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਜਿਹੜੇ ਕਿ ਸਾਊਥ ਦੀ ਰਾਜਨੀਤੀ ਦੇ ਵਿੱਚ ਉਹ ਵੀ ਸਕਰੀਏ ਗਿਣੇ ਜਾਂਦੇ ਆ। ਮੌਜੂਦਾ MLA ਇੰਦਰਬੀਰ ਸਿੰਘ ਬੁਲਾਰੀਆ ਵੀ ਪਿਛਲੇ ਲੰਬੇ ਸਮੇਂ ਤੋਂ ਜਿੱਤਦੇ ਪਏ ਨੇ, ਇਸ ਲਈ ਫਾਈਟ ਹੈ। ਪਰ ਮੈਂ ਜੇ ਫਾਈਟ ਦੀ ਗੱਲ ਕਰਾਂ ਤਾਂ ਫਿਰ ਇੱਕ ਫਾਈਟ ਦੀ ਬੜੀ ਵੱਡੀ ਜੰਗ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਹਲਕਾ ਈਸਟ, ਉਹਦੇ ਉੱਤੇ ਫਿਰ ਕਿਹੜੇ ਪੱਤੇ ਨੇ ਜਿਹੜੇ ਆਉਣ ਵਾਲੇ ਟਾਈਮ 'ਚ ਖੋਲ੍ਹੇ ਜਾਣਗੇ। ਪਰ ਮੈਂ ਇੱਕ ਗੱਲ ਹੋਰ ਹੈ, ਮੇਰਾ ਨਾ ਇੱਕ ਧਿਆਨ ਅੰਮ੍ਰਿਤਸਰ ਦੀ ਇੱਕ ਹੋਰ ਸੀਟ ਤੇ ਚੱਲ ਗਿਆ, ਉਹ ਵੈਸਟ ਦੀ ਸੀਟ ਤੇ, ਜਿੱਥੇ ਵੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਭਾਜਪਾ ਸ਼ਾਂਤ ਹੈਗੀ ਸੀ, ਜਿੱਤ ਨਹੀਂ ਪਾਈ। ਉੱਥੇ ਇਸ ਵਾਰ ਜਿਹੜਾ ਹੈਗਾ ਕੀ ਪੋਜੀਸ਼ਨ ਹੈਗੀ, ਉੱਥੇ ਕੌਣ ਇਲੈਕਸ਼ਨ ਲੜ ਸਕਦਾ, ਉਹਦੇ ਤੇ ਵੀ ਥੋੜਾ ਮੈਂ ਚਾਹਾਂਗਾ ਵੇਰਵਾ ਦਿਓ। ਇਸ ਤੋਂ ਬਾਅਦ ਮੈਂ ਤੁਹਾਨੂੰ ਚਾਹਾਂਗਾ ਕਿ ਆਪਾਂ ਜਿਹੜਾ ਈਸਟ ਤੇ ਜਾਈਏ। ਬੜਾ ਅੱਛਾ ਸਵਾਲ ਹੈ। ਜੇਕਰ ਗੱਲ ਕਰਾਂ ਤੇ ਹਲਕਾ ਵੈਸਟ ਦੀ ਤੇ ਕਾਂਗਰਸੀਆਂ ਦਾ ਗੜ ਹੈ, ਜਿੱਥੇ ਕਿ ਬੀਜੇਪੀ ਸੇਂਧ ਲਾਉਣ ਨੂੰ ਹਾਲੇ ਤੱਕ ਸੇਂਧ ਨਹੀਂ ਲਾ ਪਾਈ ਹੈ। ਜੇਕਰ ਗੱਲ ਕਰੀਏ ਤੇ ਰਜਿੰਦਰ ਮੋਹਨ ਸਿੰਘ ਚੀਨਾ ਜਦੋਂ ਕਿ ਓਮ ਪ੍ਰਕਾਸ਼ ਸੋਨੀ ਦੇ ਖਿਲਾਫ ਇਲੈਕਸ਼ਨ ਲੜੇ ਸੀ, ਉਸ ਟਾਈਮ ਕਾਫੀ ਤਾਦਾਦ ਦੇ ਵਿੱਚ ਸਭ ਤੋਂ ਹਾਈਐਸਟ ਵੋਟ ਲੈ ਕੇ ਹਾਲਾਂਕਿ ਜਿੱਤ ਦੇ ਕਰੀਬ ਸੀਗੇ, ਪਰ ਜਿੱਤ ਹਾਸਿਲ ਨਹੀਂ ਕਰ ਸਕੇ। ਉਸ ਤੋਂ ਬਾਅਦ ਲਗਾਤਾਰ ਜੇਕਰ ਗੱਲ ਕਰੀਏ ਤੇ 2012-2017 ਦੇ ਵਿੱਚ ਉੱਥੋਂ ਰਾਕੇਸ਼ ਗਿੱਲ ਜਿਹੜੇ ਗਏ, ਉਹ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਜਿਹੜੇ ਸੀਟ ਲੜਦੇ। ਰਾਕੇਸ਼ ਗਿੱਲ ਵੀ ਇੱਕ ਵੱਡਾ ਨਾਮ ਹੈ, ਕਾਉਂਸਲਰ ਜਿੱਤ ਸਕੇ, ਸੈਂਟਰ ਹਲਕੇ ਦੇ ਵਿੱਚ ਲਗਾਤਾਰ ਕਾਉਂਸਲਰ ਜਿੱਤੇ ਆ। ਉਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ, ਕਿਉਂਕਿ SC ਭਾਈਚਾਰੇ ਦੀ ਸੀਟ ਹੈਗੀ ਤੇ ਪਾਰਟੀ ਨੇ ਉਹਨਾਂ ਨੇ ਜਦੋਂ ਵੈਸਟ ਹਲਕੇ ਦੇ ਵਿੱਚ ਜ਼ਿੰਮੇਵਾਰੀ ਲਾਈ ਤੇ ਉਹ ਸਕਰੀਏ ਤੇ ਬਹੁਤ ਹੈਗੇ ਆ। 2 ਇਲੈਕਸ਼ਨ ਮੇਰਾ ਖਿਆਲ ਲੜ ਚੁੱਕੇ, ਮੈਂ ਦੱਸਿਆ ਤੇ 2 ਇਲੈਕਸ਼ਨ ਲੜ ਚੁੱਕੇ, ਲੇਕਿਨ ਜਿੱਤ ਨਹੀਂ ਹਾਸਿਲ ਕਰਕੇ। ਕਿਤੇ ਨਾ ਕਿਤੇ ਦੇਖੋ ਉਸ ਟਾਈਮ ਫੈਕਟ ਇਹ ਕੰਮ ਕੀਤਾ ਸੀ ਕਿ ਰਾਕੇਸ਼ ਗਿੱਲ ਜਿਹੜੇ ਹੈਗੇ ਕੁਝ ਪਰਿਵਾਰਿਕ ਵੀ ਸ਼ੁਰੂਆਤੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਆਪਸੀ ਇਲੈਕਸ਼ਨ ਦੀ ਜਦੋਂ ਟਿਕਟ ਦੀ ਗੱਲ ਕੀਤੀ ਤਾਂ ਉਹਨਾਂ ਦੇ ਇੱਕ ਵੱਡੇ ਭਰਾ ਗਏ SP ਕੇਵਲ ਕੁਮਾਰ, ਉਹਨਾਂ ਨੇ ਵੀ ਟਿਕਟ ਦੀ ਮੰਗ ਕੀਤੀ, ਲੇਕਿਨ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਤੇ ਕੁਝ ਪਰਿਵਾਰਿਕ ਮਜਬੂਰੀਆਂ ਸੀ ਪਹਿਲੀ ਇਲੈਕਸ਼ਨ, ਜਿਹਦੇ ਕਾਰਨ ਇਲੈਕਸ਼ਨ ਉਸ ਤਰ੍ਹਾਂ ਦੀ ਬਣ ਨਹੀਂ ਪਾਈ। ਪਰ ਉਸ ਤੋਂ ਬਾਅਦ ਫਿਰ ਇਲੈਕਸ਼ਨ ਲੜੀ ਤੇ ਫਿਰ ਨਹੀਂ ਹੋ ਪਾਇਆ। ਫਿਰ ਮੈਂ ਜੇ ਇਹਦੇ ਚਿਹਰੇ ਹੋ ਗਏ ਹੋ, ਫਿਰ ਐਤਕੀ ਭਾਜਪਾ ਕਿਤੇ ਨਵੇਂ ਚਿਹਰੇ ਦੇ ਵੀ ਦਾਲ ਆ ਸਕਦੀ। ਬਿਲਕੁਲ ਨਵੇਂ ਚਿਹਰੇ ਦੀ ਗੱਲ ਕੀਤੀ ਹੈ ਤੇ ਇੱਕ ਹੋਰ ਨਾਂ ਜਿਹੜਾ ਅਸੀਂ ਪੋਸਟਰ ਦੇਖਿਆ, ਪਿੱਛੇ ਵੀ ਖਬਰ ਕੀਤੀ, ਪੋਸਟਰ ਵਾਰ ਜਦੋਂ ਲੱਗਿਆ ਤਾਂ ਉਹਦੇ ਇੱਕ ਪੋਸਟਰ ਨਿਕਲ ਕੇ ਆਇਆ ਹੈ ਸੰਜੀਵ ਕੁਮਾਰ ਦਾ। ਸੰਜੀਵ ਕੁਮਾਰ ਦੀ ਗੱਲ ਕਰਾਂ ਤੇ ਯੁਵਾ ਨੇਤਾ ਹੈਗੇ ਆ, ਯੁਵਾ ਲੀਡਰ ਭਾਜਪਾ SC ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਆ। ਜੇਕਰ ਰਾਜਨੀਤੀ ਦੀ ਗੱਲ ਕਰੀਏ ਤੇ ਭਾਜਪਾ SC ਮੋਰਚਾ ਕਦੀ ਵੀ ਇੰਨੀ ਐਕਟਿਵ ਨਹੀਂ ਹੋਈ ਜਿੰਨਾ ਕਿ ਸੰਜੀਵ ਕੁਮਾਰ ਦੀ ਮੌਜੂਦਗੀ ਦੇ ਵਿੱਚ ਐਕਟਿਵ ਹੋਈ। ਜੇਕਰ ਗੱਲ ਕਰੀਏ ਤੇ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਤੱਕ ਦੀ ਰਾਜਨੀਤੀ ਦੇ ਵਿੱਚ ਜਾਂ ਅੰਮ੍ਰਿਤਸਰ ਦੀ ਰਾਜਨੀਤੀ ਦੇ ਸੰਜੀਵ ਕੁਮਾਰ ਲਗਾਤਾਰ ਆਪਣਾ ਰੋਲ ਅਦਾ ਕਰਦੇ ਗਏ। ਯੁਵਾ ਚਿਹਰਾ ਹੋਣ ਦੇ ਕਾਰਨ ਲੋਕ ਜ਼ਿਆਦਾ ਜੁੜੇ ਹੋ ਸਕਦੇ ਹਨ। ਬਿਲਕੁਲ ਯੁਵਾ ਚਿਹਰਾ ਔਰ ਸੋਸ਼ਲ ਵਰਕਿੰਗ ਦੇ ਹਿਸਾਬ ਨਾਲ ਚੱਲੀਏ ਤੇ ਉਹ ਵੀ ਕਾਫੀ ਉਹਨਾਂ ਦੀ ਦੇਖੀ ਜਾਂਦੀ ਹੈ। ਜੇਕਰ ਪਿੱਛੇ ਕਿਸਾਨੀ ਅੰਦੋਲਨ ਦੀ ਜਦੋਂ ਗੱਲ ਕੀਤੀ ਤਾਂ ਉਹਦੇ ਵਿੱਚ ਵੀ ਖੁੱਲ੍ਹ ਕਰ ਨਿਕਲ ਕੇ ਲੋਕਾਂ ਦੇ ਵਿੱਚ ਆਏ ਤੇ ਪਿੱਛੇ ਜਿਹੜੇ 5 ਜਨਵਰੀ ਦੀ ਰੈਲੀ ਤੁਸੀਂ ਦੇਖੀ ਹੋਣੀ, ਉਹਦੇ ਵਿੱਚ ਵੀ ਕਾਫੀ ਐਕਟਿਵ ਨਜ਼ਰ ਆਏ। ਜੇਕਰ ਕਿਸਾਨਾਂ ਦੇ ਨਾਲ ਆਮਨਾ ਸਾਹਮਣਾ ਵੀ ਆਇਆ ਤੇ ਉਹਦੀ ਜਿਹੜੀ ਪ੍ਰੋਪਰ ਵੀਡੀਓ ਵੀ ਅੰਮ੍ਰਿਤਸਰ ਪੇਜ ਤੇ ਚੱਲੀ ਹੋਈ ਹੈ। ਪਰ ਮੈਂ ਜੇ ਗੱਲ ਕੀਤੀ ਜਾਏ ਮੌਜੂਦਾ ਸਰਕਾਰ ਦੇ ਵਿੱਚ ਵੀ ਉਹਨਾਂ ਕੋਲ ਜਿਹੜਾ ਹੈਗਾ ਅਹੁਦਾ ਹੈਗਾ ਜ਼ਿਲ੍ਹਾ ਪ੍ਰਧਾਨ ਨੇ, ਫਿਰ ਦੂਸਰਾ ਯੁਵਾ ਚਿਹਰਾ ਔਰ ਦੂਸਰੀ ਗੱਲ ਹੈਗੀ ਇਹਦਾ ਮਤਲਬ ਕਿਤੇ ਨਾ ਕਿਤੇ ਇਹਨਾਂ ਦੇ ਸਾਰ ਵੀ ਜਿਹੜੇ ਹੈਗੇ ਨੇ ਟਿਕਟ ਵਾਲੇ ਪਾਸੇ ਜ਼ਿਆਦਾ ਹੈਗੇ ਨੇ। ਬਿਲਕੁਲ ਟਿਕਟ ਵਾਲੇ ਸਰ। ਮੈਂ ਸਭ ਤੋਂ ਵੱਡੀ ਇੱਕ ਹੋਰ ਗੱਲ ਕਰਨਾ ਚਾਹਾਂਗਾ, ਤੁਸੀਂ ਗੱਲ ਕੀਤੀ ਹੈ, ਅਸੀਂ BJP ਦੀ ਗੱਲ ਕਰਾਂਗੇ। ਵੈਸਟ ਹਲਕੇ ਦੇ ਵਿੱਚ ਮੈਂ ਰਹਿਣਾ ਵਾ, ਇਸ ਕਰਕੇ ਮੈਂ BJP ਵੈਸਟ ਹਲਕੇ ਦੀ ਗੱਲ ਕਰਾਂਗਾ। ਸੇਂਧ ਲਾਣੀ ਬਹੁਤ ਮੁਸ਼ਕਿਲ ਹੈ। ਸੇਂਧ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਜਿਸ ਤਰ੍ਹਾਂ ਹਾਲਾਤ ਹੈਗੇ। ਪਰ ਮੈਂ 1 ਸੈਕਿੰਡ ਵਾਸਤੇ ਰੋਕ ਰਿਹਾ। ਸੇਂਧ ਲਾਣੀ ਮੁਸ਼ਕਿਲ ਹੈ, ਪਰ ਕਿਤੇ ਨਾ ਕਿਤੇ BJP ਦੇ ਨਾਲ ਲੋਕ ਜਿਹੜੀ ਲੋਕ ਕਾਂਗਰਸ ਹੈ, ਢੀਂਸਿਆਂ ਦੀ ਪਾਰਟੀ ਹੈ, ਉਹਦਾ ਵੀ ਕਿਤੇ ਨਾ ਕਿਤੇ ਮਾਸਾ ਮੋਟਾ ਫੈਕਟਰ ਤਾਂ ਨਿਕਲ ਕੇ ਆਏਗਾ ਨਾ। ਵੋਟ ਬੈਂਕ ਬਹਿ ਸਕਦਾ, ਹੋ ਸਕਦਾ ਸੀਟ ਜਿਹੜੀ ਕਿਉਂਕਿ ਇਹ ਭਾਜਪਾ ਦੇ ਖਾਤੇ ਦੀ ਸੀਟ ਹੈ, ਮੈਨੂੰ ਨਹੀਂ ਲੱਗਦਾ ਭਾਜਪਾ ਆਪਣੇ ਖਾਤੇ ਦੀ ਸੀਟ ਛੱਡੇਗੀ। ਇਹਦਾ ਮਤਲਬ ਸੰਜੀਵ ਕੁਮਾਰ ਇੱਕ ਸਟਰੋਂਗ ਕੈਂਡੀਡੇਟ ਹੋ ਸਕਦਾ। ਮੈਂ ਸਟਰੋਂਗ ਕੈਂਡੀਡੇਟ ਦੀ ਮੈਂ ਗੱਲ ਕਰਦਾ। ਸਟਰੋਂਗ ਕੈਂਡੀਡੇਟ ਹੁੰਦੇ ਨਹੀਂ ਤੇ ਪਾਰਟੀ ਦੇਖੇਗੀ ਔਰ ਪਾਰਟੀ, ਲੇਕਿਨ ਮੌਜੂਦਾ ਦੇ ਵਿੱਚ ਕਾਫੀ ਅੱਗੇ ਗਿਣੇ ਜਾਂਦੇ। ਲੇਕਿਨ ਮੈਂ ਸਭ ਤੋਂ ਵੱਡੀ ਗੱਲ ਕਰਾਂਗਾ ਗੁੱਟਬਾਜ਼ੀਆਂ। ਇੱਕ ਇਲੈਕਸ਼ਨ ਦੇ ਵਿੱਚ BJP ਦੇ ਬੂਥ ਤੱਕ ਇੰਚਾਰਜ ਨਹੀਂ ਬੈਠੇ ਸੀ।
ਬੂਥ ਇੰਚਾਰਜ ਖਾਲੀ ਰਹੇ ਆ ਉਸ ਇਲੈਕਸ਼ਨ ਦੇ ਵਿੱਚ ਬੀਜੇਪੀ ਆਪਣੇ ਬੂਥ ਇੰਚਾਰਜ ਹੀ ਨਹੀਂ ਲਾ ਸਕੇਗੀ। ਗੁੱਟਬਾਜ਼ੀਆਂ ਨਜ਼ਰ ਆਈ ਸੀ। ਜੇਕਰ ਗੱਲ ਕਰਾਂ ਕੁਛ ਨਾ ਹੋ ਰਹੇ ਆ ਉਹ ਮੈਂ ਤੁਹਾਨੂੰ ਨਾ ਦੱਸਾਂਗਾ। ਗੁੱਟਬਾਜ਼ੀਆਂ ਨਜ਼ਰ ਆਈ ਸੀ। ਉਹ ਗੁੱਟਬਾਜ਼ੀਆਂ ਦੇ ਚਲਤੇ ਜਿਹੜੀ ਬੀਜੇਪੀ ਵੈਸਟ ਦੇ ਵਿੱਚ ਉਹ ਖਿਲਰ ਚੁੱਕੀ ਸੀ। ਲੇਕਿਨ ਸੰਜੀਵ ਕੁਮਾਰ ਇੱਕ ਐਸੇ ਲੀਡਰ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਿਰੋਧ ਨਜ਼ਰ ਨਹੀਂ ਆਇਆ, ਕੋਈ ਪਾਰਟੀ ਦੀ ਗੁੱਟਬਾਜ਼ੀ ਨਜ਼ਰ ਨਹੀਂ ਆਈ। ਜਾਨੀ ਕਿ ਗੁੱਟਬਾਜ਼ੀ ਤੋਂ ਉੱਠ ਕੇ ਚਿਹਰਾ ਜੇ ਸਰਵੇਆਂ ਦੀ ਗੱਲ ਕੀਤੀ, ਕਿਉਂਕਿ ਹਰ ਪਾਰਟੀ ਸਰਵੇ ਕਰਾ ਰਹੀ ਹੈ ਔਰ ਮੌਜੂਦਾ ਸਰਵੇ ਇੱਕ ਹੋਇਆ ਵੀ ਸ਼ਾਇਦ ਤੁਹਾਨੂੰ ਯਾਦ ਹੈ ਉਦੋਂ ਰਾਤ ਲੈਟ ਤੇ ਲੈ ਕੇ ਵੀ ਗੱਲ ਕਰਾਈ ਗਈ। ਸਰਵੇ ਦਿੱਲੀ ਤੋਂ ਹੋ ਰਹੇ ਨੇ, ਇਹਦਾ ਮਤਲਬ ਸੰਜੀਵ ਕੁਮਾਰ ਦਾ ਨਾਮ ਹੀ ਹੈ। ਫਿਰ ਇਸ ਤੋਂ ਇਲਾਵਾ ਵੀ ਹੋਰ ਕੋਈ ਨਾਮ? ਬਿਲਕੁਲ। ਔਰ ਜੇਕਰ ਸੁਖਵਿੰਦਰ ਪਿੰਟੂ ਦੀ ਗੱਲ ਕੀਤੀ ਕਿ ਉਹ ਪਾਰਟੀ ਪਲੇਟਫਾਰਮ ਇਕੱਠਾ ਕਰ ਸਕਦੇ, ਸੰਜੀਵ ਕੁਮਾਰ ਵੀ ਰੋਲ ਅਦਾ ਕਰ ਸਕਦੇ। ਲੇਕਿਨ ਕੁਛ ਨਾ ਹੋਰ ਹੈਗੇ ਜਿਹੜੇ ਮੈਂ ਤੁਹਾਨੂੰ ਦੱਸਣਾ ਦਿੰਦਾ। ਇੱਕ ਉੱਥੇ ਹੈਗੇ ਆ ਰਾਕੇਸ਼ ਰਿੰਕੂ ਜਿਹੜੇ ਵੈਸਟ ਹਲਕੇ ਦੇ ਵਿੱਚ ਲਗਾਤਾਰ ਮੀਟਿੰਗਾਂ ਕਰਦੇ ਹੋਏ ਪਾਰਟੀ ਦੇ ਮੌਜੂਦਾ ਜਿਹੜੇ ਜ਼ਿਲ੍ਹੇ ਦੇ ਲੀਡਰ ਉਹ ਵੀ ਉਹਨਾਂ ਦੀ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਚੰਡੀਗੜ੍ਹ ਦੇ ਲੀਡਰ ਦੀ ਕਹਿੰਦੇ ਛਾਂ ਥੱਲੇ ਇੱਕ ਕੰਮ ਚੱਲ ਰਿਹਾ, ਇਸ ਲਈ ਉਹ ਵੀ ਆਪਣਾ ਜਿਹੜਾ ਪ੍ਰਚਾਰ ਕਰ ਰਹੇ ਨੇ। ਟਿਕਟ ਮਿਲਦੀ ਕਿ ਨਹੀਂ ਮਿਲਦੀ, ਪਰ ਤੁਸੀਂ ਇੱਕ ਗੱਲ ਕੀਤੀ ਸੀ ਪਾਰਟੀ ਰਾਕੇਸ਼ ਗਿੱਲ ਹੋਣਾ ਦੀ ਕਿ ਉਹਨਾਂ ਦੇ ਪਰਿਵਾਰਿਕ ਚ ਹਰਿਆ ਸੀ, ਫਿਰ ਇਹਦਾ ਮਤਲਬ ਇੱਕ ਨਾਂ ਹੋਰ ਹੋਏਗਾ। ਬਿਲਕੁਲ ਇਹੀ ਤਾਂ ਗੱਲ ਹੈਗੀ ਨਾ ਕਿ ਕਿਉਂ ਬੀਜੇਪੀ ਸਮੀਕਰਨ ਨਹੀਂ ਬਣਾ ਪਾ ਰਹੀ ਹੈ। ਇਸ ਵਾਰੀ ਕੁਮਾਰ ਅਮਿਤ ਜਿਹੜੇ ਹੈਗੇ ਆ, ਜਿਹੜੇ ਉਹਨਾਂ ਦੇ ਭਤੀਜੇ ਹੈਗੇ ਰਾਕੇਸ਼ ਗਿੱਲ ਉਹਨਾਂ ਦੇ, ਯਾਨੀ ਕਿ ਐਸਪੀ ਕੇਵਲ ਦੇ ਬੇਟੇ ਅਮਿਤ ਗਿੱਲ, ਬਿਲਕੁਲ ਉਹ ਵੀ ਟਿਕਟ ਦੀ ਦਾਅਵੇਦਾਰੀ ਦੇ ਵਿੱਚ ਪੈਨਲ ਦੇ ਵਿੱਚ ਨਾ ਗਿਆ ਵਾ। ਕਿਤੇ ਨਾ ਕਿਤੇ ਪਰਿਵਾਰਿਕ ਜਿਹੜਾ ਹੈਗਾ ਨਾ ਮੁਸ਼ਕਿਲਾਂ ਉਹ ਜ਼ਰੂਰ ਰਾਕੇਸ਼ ਗਿੱਲ ਨੂੰ ਜਾਂ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਉਹ ਇਕੱਠੇ ਕਰ, ਕਿਉਂਕਿ ਟਿਕਟ ਦਾ ਦਾਅਵੇਦਾਰ ਇੱਕ ਹੋਵੇ ਲੇਕਿਨ ਪਰਿਵਾਰ ਦੇ ਵਿੱਚ ਜਦੋਂ ਲੜਾਈ ਲੜਨ ਦਾ ਮੌਕਾ ਆਉਂਦਾ ਤੇ ਕਿਤੇ ਨਾ ਕਿਤੇ ਮਜਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ। ਔਰ ਜੇ ਸਰਵੇਆਂ ਦੀ ਗੱਲ ਕੀਤੀ, ਸਰਵੇਆਂ ਦੀਆਂ ਗੱਲਾਂ ਜਾਂਦੀਆਂ ਕਿ ਉਹਨਾਂ ਦੇ ਆਪਸ 'ਚ ਅੰਡਰਸਟੈਂਡਿੰਗ ਨਹੀਂ ਹੈ ਜਾਂ ਇਸ ਤਰ੍ਹਾਂ ਨਹੀਂ। ਭਾਜਪਾ ਕਿਤੇ ਨਾ ਕਿਤੇ ਉਹ ਚਿਹਰੇ ਲਿਆਏਗੀ ਜਿਹੜੇ ਜਿੱਤ ਸਕਣ, ਜਿਨ੍ਹਾਂ ਦੇ ਦਾਲ ਆ ਸਕੇ। ਹਾਂ ਬਿਲਕੁਲ। ਔਰ ਰਾਕੇਸ਼ ਗਿੱਲ ਜਿਹੜਾ ਹੈ ਕਾਫੀ ਵੱਡਾ ਚਿਹਰਾ ਹੈ, ਪੰਜਾਬ ਬੀਜੇਪੀ ਦੇ ਉਪਾਧਿਅਕਸ਼ ਹੈਗੇ ਔਰ ਐਕਟਿਵ ਹੈਗੇ ਲਗਾਤਾਰ। ਜੇਕਰ 10 ਸਾਲ ਦੀ ਰਾਜਨੀਤੀ ਵਿੱਚ ਇਲੈਕਸ਼ਨ ਹਾਰੇ ਜ਼ਰੂਰ ਲੇਕਿਨ ਲਗਾਤਾਰ ਸਕਰੀਏ ਹੈਗੇ। ਲੇਕਿਨ ਗੁੱਟਬਾਜ਼ੀਆਂ ਨੂੰ ਤੋੜਨ ਦਾ ਉਹਨਾਂ ਦੀ ਸਭ ਤੋਂ ਬੜੀ ਜਿਹੜੀ ਉਹ ਚੁਣੌਤੀ ਹੈਗੀ ਆ। ਉਹ ਚੁਣੌਤੀ ਤੋਂ ਕਿੰਨਾ ਖਰਾ ਉਤਰਨਗੇ ਤੇ ਪਾਰਟੀ ਜਦੋਂ ਟਿਕਟ ਦੇਗੀ ਤਾਂ ਹੀ ਪਤਾ ਲੱਗੇਗਾ। ਫਿਲਹਾਲ ਬੀਜੇਪੀ ਦਾ ਸਮੀਕਰਨ ਜਿਹੜਾ ਉਹ ਵੈਸਟ ਦੇ ਵਿੱਚ, ਯਾਨੀ ਕਿ ਵੈਸਟ ਵਿੱਚ ਜਿਹੜਾ ਰਾਕੇਸ਼ ਗਿੱਲ ਨੇ, ਸੰਜੀਵ ਕੁਮਾਰ ਨੇ, ਰਿੰਕੂ ਜੀ ਨੇ ਤੇ ਕੁਮਾਰ ਅਮਿਤ ਨੇ, ਇਹ ਚਾਰ ਚਿਹਰੇ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਹੈ। ਆਉਣ ਵਾਲੇ ਦਿਨਾਂ 'ਚ ਬੜੇ ਨਾਮਾਂ ਦੀ ਹੋਰ ਚਰਚਾ, ਪਰ ਮੈਂ ਉੱਤੇ ਕਰਾਂਗਾ ਨਹੀਂ। ਅਸੀਂ ਇੱਕ ਅਲੱਗ ਸੈਮੀਨਾਰ ਤੇ ਕਰਾਂਗੇ। ਬਹੁਤ ਟਾਈਮ ਹੋ ਗਿਆ, ਪਰ ਮੈਂ ਜਾਂਦੇ ਅੰਮ੍ਰਿਤਸਰ ਦੀ ਸਾਰਿਆਂ ਨੂੰ ਹੋਰ ਸੀਟ ਔਰ ਸਭ ਤੋਂ ਚਰਚਿਤ ਸੀਟ, ਈਸਟ ਹਲਕੇ ਦੀ ਸੀਟ ਦੇ ਉੱਤੇ ਜ਼ਰੂਰ ਜਾਣਾ ਚਾਹਾਂਗਾ ਸੰਖੇਪ ਦੇ ਵਿੱਚ, ਕਿਉਂਕਿ ਮੈਨੂੰ ਤੁਹਾਡੀ ਮੇਰੀ ਰਾਤੀ ਵੀ ਗੱਲ ਹੋਈ ਕਿ ਈਸਟ ਨੂੰ ਲੈ ਕੇ ਬੜਾ ਕੁਝ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਵਿਸ਼ਲੇਸ਼ਣ ਕਰਦੀ ਪਈ ਹੈ। ਤੇ ਫਿਰ ਕਿਹੜੇ ਦਾਅਵੇਦਾਰ ਹੋ ਸਕਦੇ? ਮੈਂ ਤੁਹਾਡੀ ਵਿਸ਼ਲੇਸ਼ਣ ਦੀ ਗੱਲ ਕਰਾਂ, ਕੱਲੀ ਭਾਰਤੀ ਜਨਤਾ ਪਾਰਟੀ ਨਹੀਂ ਹੈ ਈਸਟ ਦੇ ਵਿੱਚ ਮੌਜੂਦਾ ਹਰ ਇੱਕ ਪਾਰਟੀ। ਕੈਪਟਨ ਅਮਰਿੰਦਰ ਸਿੰਘ ਵਾਲਾ ਬਿਆਨ ਤਾਂ ਨਹੀਂ ਮੈਨੂੰ ਚੇਤਾ ਕਰਾਉਣ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਸਟਰੋਂਗ ਕੈਂਡੀਡੇਟ ਦਿੱਤਾ ਜਾਏਗਾ। ਮੌਜੂਦਾ ਹਰ ਇੱਕ ਪਾਰਟੀ ਦੀ ਗੱਲ ਕਰਾਂ ਤੇ ਦੇਸ਼ ਦੀ ਜਿਹੜੀ ਨਜ਼ਰ ਹੈਗੀ ਹੈ, ਪੰਜਾਬ ਵਿਧਾਨ ਸਭਾ ਦੀ ਸੀਟਾਂ ਦੇ ਵਿੱਚ ਕੁਝ ਸੀਟਾਂ ਹੈਗੀਆਂ ਜਿਸ 'ਚ ਦੇਸ਼ ਦੀ ਪਾਰਟੀ ਦੀ ਨਜ਼ਰ ਹੈਗੀ, ਉਹ ਹੈਗੀ ਹੈ ਅੰਮ੍ਰਿਤਸਰ ਦੇ ਵਿੱਚ ਈਸਟ ਸੀਟ। ਔਰ ਉਹ ਇਹ ਸੀਟ ਉਦੋਂ ਦੀ ਹੋਟ ਸੀਟ ਹੋ ਗਈ ਹੈ ਜਿੱਦਾਂ ਦੇ ਤਲਵੀਰ ਗਿੱਲ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਜੇ ਉਹ ਇੱਥੇ ਇਲੈਕਸ਼ਨ ਲੜ ਸਕਦੇ ਨੇ, ਇਹਦਾ ਜਾਂ ਇੱਥੇ ਲੜ ਸਕਦੇ ਨੇ ਨਵਜੋਤ ਸਿੰਘ ਸਿੱਧੂ ਉਹ ਆਪਣੇ ਸਾਹਮਣੇ ਇਲੈਕਸ਼ਨ ਲੜਨ। ਲੇਕਿਨ ਅਸੀਂ ਗੱਲ ਕਰਾਂਗੇ ਬੀਜੇਪੀ ਦੀ। ਪਰ ਮੇਰਾ ਨਾ ਹੁਣ ਜਿਹੜਾ ਇੰਟਰਸਟ ਜ਼ਿਆਦਾ ਬਣ ਗਿਆ, ਤੇ ਹੁਣ ਮੈਨੂੰ ਦੱਸੋ ਈਸਟ ਦੇ ਵਿੱਚ ਜੇ ਬੀਜੇਪੀ ਆਂਦੀ ਹੈ ਤਾਂ ਕਿਹੜੇ ਕੈਂਡੀਡੇਟ ਹੋ ਸਕਦੇ ਨੇ? ਬਿਲਕੁਲ। ਔਰ ਬੀਜੇਪੀ ਆਂਦੀ ਤਾਂ ਸਭ ਤੋਂ ਪਹਿਲਾਂ ਇੱਕ ਚਿਹਰਾ ਗਿਣਿਆ ਜਾਂਦਾ ਉਹ ਰਾਜੇਸ਼ ਹਨੀ, ਜੋ ਪਿਛਲੀ ਵਾਰ ਵੀ ਮੇਰਾ ਖਿਆਲ ਇਲੈਕਸ਼ਨ ਹਾਰ ਗਏ। ਯੂਥ ਕਿੰਨੀ ਪਿਛਲੀ ਵਾਰ ਦੀ ਜਿਹੜੀ ਇਲੈਕਸ਼ਨ ਦਾ ਮਾਰਜਨ ਸੀ ਉਹ ਵੀ ਮੇਰਾ ਖਿਆਲ ਬਹੁਤ ਜ਼ਿਆਦਾ ਘੱਟ ਵੋਟਾਂ ਪਈਆਂ ਸੀ, ਪਰ ਪਿਛਲੀ ਵਾਰ ਵੀ ਨਵਜੋਤ ਸਿੰਘ ਸਿੱਧੂ ਦੇ ਅਗੇਂਸਟ ਰਾਜੇਸ਼ ਹਨੀ ਹੀ ਇਲੈਕਸ਼ਨ ਲੜੇ। ਬਿਲਕੁਲ। ਔਰ ਪੰਜਾਬ ਯੁਵਾ ਮੋਰਚਾ ਦੇ ਅਧਿਕਸ਼ ਰਹੇ ਔਰ ਜ਼ਿਲ੍ਹੇ ਦੇ ਵਿੱਚ ਪ੍ਰਧਾਨਗੀ ਵੀ ਨਿਭਾ ਚੁੱਕੇ ਆ ਬੀਜੇਪੀ ਮੇਨ ਦੀ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਇਸ ਟਾਈਮ ਜਿਹੜੇ ਹੈ ਪ੍ਰਭਾਰੀ ਨੇ ਪੰਜਾਬ ਯੁਵਾ ਮੋਰਚਾ ਦੇ ਔਰ ਐਕਟਿਵ ਜਿਹੜੇ ਆ ਯੁਵਾ ਮੋਰਚਾ ਦੇ ਸਦੱਸ ਹੈਗੇ ਨੇ। ਔਰ ਜੇ ਮੈਂ ਉਹਨਾਂ ਦੀ ਨਜ਼ਦੀਕੀਆਂ ਦੀ ਗੱਲ ਕਰਾਂ ਤੇ ਅਨੁਰਾਗ ਠਾਕੁਰ ਉਹਨਾਂ ਨੂੰ ਕਾਫੀ ਨਜ਼ਦੀਕੀਆਂ ਹੈ ਪੰਜਾਬ ਦੀ ਬੀਜੇਪੀ ਦੇ ਨਾਲ, ਉਹਦੇ ਦੇਸ਼ ਦੀ ਜਿਹੜੀ ਬੀਜੇਪੀ ਕੀ ਉਸ ਦੇ ਨਾਲ ਵੀ ਕਾਫੀ ਨਜ਼ਦੀਕੀਆਂ ਹੈਗੀਆਂ। ਲੇਕਿਨ ਗੱਲ ਆਉਂਦੀ ਹੈ ਫਿਰ ਕੱਦ ਦੀ। ਜੇਕਰ ਕੱਦ ਦੀ ਗੱਲ ਕਰੀਏ ਤਾਂ ਰਾਜੇਸ਼ ਹਨੀ ਇੱਕ ਇਮਾਨਦਾਰ ਜਾਂ ਚਿਹਰਾ ਨੇਤਾ ਗਿਣੇ ਜਾਂਦੇ ਆ ਜਾਂ ਚਿਹਰਾ ਵੀ ਗਿਣੇ ਜਾਂਦੇ, ਲੇਕਿਨ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਕੱਦ ਨਾਲ ਲੜਨਾ ਰਾਜੇਸ਼ ਹਨੀ ਲੜ ਸਕਦੇ ਆ, ਲੇਕਿਨ ਬੀਜੇਪੀ ਨੂੰ ਇਕੱਠੀ ਕਰਨਾ ਉਹਨਾਂ ਦਾ ਇੱਕ ਬੜਾ ਸਵਾਲ ਹੈ। ਰਾਜੇਸ਼ ਹਨੀ ਉਹਨਾਂ ਨੇ ਪਿਛਲੀ ਵਾਰ ਵੀ ਇਲੈਕਸ਼ਨ ਲੜੀ, ਉਸ ਤੋਂ ਬਾਅਦ ਕੰਟੀਨਿਊਸਲੀ ਉਹ ਜਿਹੜਾ ਹਲਕੇ 'ਚ ਵੀ ਰਹੇ, ਪਰ ਕਿਤੇ ਨਾ ਕਿਤੇ ਭਾਜਪਾ ਉਹ ਵਾਲੀ ਪਕੜ ਨਹੀਂ ਬਣਾ ਪਾਈ ਇਸ ਲਈ। ਕਿਉਂਕਿ ਮੇਰਾ ਇੱਕ ਸਵਾਲ ਹੈ ਓਮ ਜੀ, ਲਗਾਤਾਰ ਨਵਜੋਤ ਸਿੰਘ ਸਿੱਧੂ ਵੀ ਬੜੇ ਲੰਬੇ ਸਮੇਂ ਤੋਂ ਹਲਕੇ ਤੋਂ ਗਾਇਬ ਰਹੇ, ਪਰ ਭਾਜਪਾ ਉਸ ਤਰ੍ਹਾਂ ਦਾ ਵਿਰੋਧ ਨਹੀਂ ਕਰ ਪਾਈ ਉੱਥੇ। ਇਸ ਲਈ ਇਹਦੇ ਨਾਲ ਮੈਨੂੰ ਲੱਗਦਾ ਫਿਰ ਹੋਰ ਨਾਮਾਂ ਦੀ ਵੀ ਚਰਚਾ ਹੋਏਗੀ। ਮੈਂ ਉਸ ਤੋਂ ਪਹਿਲਾਂ ਦੱਸਣਾ ਚਾਹੂੰਗਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹਲਕੇ 'ਚ ਗਾਇਬ ਰਹੇ, ਉਹਨਾਂ ਦੇ ਜਿਹੜੇ ਵਾਅਦੇ ਸੀਗੇ ਉਹ ਕਈ ਉਤਾਰਨੇ। ਜੇਕਰ ਸਭ ਤੋਂ ਵੱਡਾ ਇੱਕ ਵਾਅਦਾ ਸੀਗਾ ਉਹ ਸੀਗਾ ਜਿਹੜਾ ਜੋੜਾ ਫਾਟਕ ਜਿਹੜਾ ਰੇਲ ਹਾਦਸਾ ਹੋਇਆ, ਉਹਦੇ ਵਿੱਚ ਕਈ ਵਾਅਦੇ ਨਵਜੋਤ ਸਿੰਘ ਸਿੱਧੂ ਨੇ ਕੀਤੇ ਸੀ ਜਿਹੜੇ ਉਹ ਨਿਭਾ ਨਹੀਂ ਪਾਏ।
ਉਸ ਫੈਕਟ ਤੇ ਰਜੇਸ਼ ਹਨੀ ਕਿਸ ਤਰ੍ਹਾਂ ਕੰਮ ਕਰ ਪਾਏ ਤੇ ਉਹਨਾਂ ਦੇ ਹਲਕੇ ਦੇ ਲੋਕ ਜ਼ਿਆਦਾ ਦੱਸ ਸਕਣਗੇ। ਲੇਕਿਨ ਕਿਤੇ ਨਾ ਕਿਤੇ ਉਸ ਚੀਜ਼ ਮੁੱਦੇ ਨੂੰ ਭੁਨਾਉਣ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਨਿਕਲ ਕਰ ਨਹੀਂ ਆਈ। ਲੇਕਿਨ ਇਸ ਟਾਈਮ ਜੋ ਮੌਜੂਦਾ ਹਾਲਾਤ ਹੈਗੇ ਆ ਉਹ ਬੀਜੇਪੀ ਕਿਸ ਤਰ੍ਹਾਂ ਭੁਨਾਉਂਦੀ ਹੈ, ਕਿਸ ਤਰ੍ਹਾਂ ਉਹ ਫੈਕਟ ਨੂੰ ਆਪਣੇ ਨਾਲ ਜੋੜਦੀ ਹੈ, ਔਰ ਰਜੇਸ਼ ਹਨੀ ਲਈ ਵੀ ਬੜੀ ਚੁਣੌਤੀ ਹੈਗੀ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ। ਲੇਕਿਨ ਤੁਸੀਂ ਦੂਸਰੇ ਕਿਉਂਕਿ ਗੱਲ ਹੈਗੀ ਹੈ ਕਿ ਕਿਤੇ ਨਾ ਕਿਤੇ ਭਾਜਪਾ ਇਹੋ ਜਿਹੇ ਚਿਹਰੇ ਲਿਆਏਗੀ ਜਿਹੜੇ, ਕਿਉਂਕਿ ਇਲੈਕਸ਼ਨ ਲੜਨ ਵਾਸਤੇ ਵੀ ਕਈ ਚੀਜ਼ਾਂ ਵੇਖਣੀਆਂ ਪੈਂਦੀਆਂ, ਉਸ ਕੈਟਾਗਰੀ ਜੋ ਰਜੇਸ਼ ਹਨੀ ਦਾ ਨਾਂ ਹੈ। ਪਰ ਇਸ ਤੋਂ ਇਲਾਵਾ ਵੀ ਤਾਂ ਕੋਈ ਚਿਹਰੇ ਹੋਰ ਹੋਣਗੇ। ਬਿਲਕੁਲ, ਇਸ ਤੋਂ ਇਲਾਵਾ ਇੱਕ ਹੋਰ ਹੈਗਾ ਗੌਰਵ ਭੰਡਾਰੀ ਦਾ ਨਾਮ ਵੀ ਗਿਣਿਆ ਜਾਂਦਾ, ਉਹ ਵੀ ਕਾਫੀ ਐਕਟਿਵ ਹੈਗੇ ਆ। ਹਾਲਾਂਕਿ ਐਕਟਿਵ ਹੋਰ ਵੀ ਲੀਡਰ, ਲੇਕਿਨ ਜੇਕਰ ਗੱਲ ਕਰੀਏ ਜਿਹੜੇ ਕਿ ਟਿਕਟ ਦੀ ਆਪਣੀ ਉਮੀਦਵਾਰੀ ਤੈਅ ਕਰਦੇ ਆ, ਗੌਰਵ ਭੰਡਾਰੀ ਦੀ ਮੈਂ ਗੱਲ ਕਰ ਰਿਹਾ, ਜਿਹੜੇ ਸਹਿ ਮੀਡੀਆ ਪ੍ਰਮੁੱਖ ਵੀ ਰਹੇ ਨੇ ਹੈ ਮੌਜੂਦਾ ਬੀਜੇਪੀ ਯੁਵਾ ਨੇਤਾ ਹੈਗੇ ਆ। ਕਿਉਂਕਿ ਯੁਵਾ ਦੀ ਗੱਲ ਕਰਾਂ ਤੇ ਮੇਰੇ ਖਿਆਲ ਤੁਸੀਂ ਈਸਟ ਦੀ ਗੱਲ ਕਰੇ ਸਾਰੇ ਯੁਵਾ ਗਏ, ਇੱਕ ਹੋਰ ਨਾ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ। ਲੇਕਿਨ ਤੁਸੀਂ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤੇ ਇਹ ਵੀ ਯੁਵਾ ਗਏ, ਔਰ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਇੱਕ ਖੂਬੀ ਹੈ ਇਹਨਾਂ ਦੀ ਜਿਹੜੀ ਬੀਜੇਪੀ ਵਾਲੀ ਜਿਹੜੀ ਬੀਜੇਪੀ ਦੇ ਹਿਸਾਬ ਨਾਲ ਹੈਗੀ ਹੈ ਉਹ ਹੈਗੀ ਕਿ ਇਹਨਾਂ ਦੀ ਮੀਨਾਕਸ਼ੀ ਲੇਖੀ ਦੇ ਨਾਲ ਕਾਫੀ ਨਜ਼ਦੀਕੀਆਂ ਹੈਗੀਆਂ। ਪਿਛਲੇ ਦਿਨਾਂ 'ਚ ਇਹਨਾਂ ਦੇ ਘਰ ਵੀ ਆਏ ਸੀ। ਇਹਦਾ ਮਤਲਬ ਕਿ ਜਿਹੜਾ ਗੌਰਵ ਭੰਡਾਰੀ ਹੈ ਇਹ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਅੰਗੇਸਟ ਈਸਟ ਹਲਕੇ ਤੋਂ ਦਾਅਵੇਦਾਰ ਹੈਗੇ ਨੇ। ਪਰ ਉਹਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਕਿ ਜੇ ਮੀਡੀਆ ਦਾ ਕੰਮ ਸਮਝਦੇ, ਇਹਦਾ ਮਤਲਬ ਕਿਤੇ ਨਾ ਕਿਤੇ ਪਾਰਟੀ ਦੀ ਨਬਜ਼ ਵੀ ਜਾਣਦੇ ਹੋਣਗੇ ਤੇ ਵਰਕਰ ਨੂੰ ਵੀ ਨਾਲ ਲੈ ਕੇ ਚੱਲ ਸਕਦੇ। ਪ੍ਰਚਾਰ ਕਰਨ ਦਾ ਵੀ ਇਹਨਾਂ ਨੂੰ ਸ਼ਾਇਦ ਮੀਡੀਆ ਦੇ ਸਾਹਮਣੇ ਤੰਗ। ਲੇਕਿਨ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਇਹ ਗੱਲ ਫੈਕਟ ਕਰਨਾ ਚਾਹੁੰਦਾ ਕਿ ਮੀਨਾਕਸ਼ੀ ਲੇਖੀ ਉਹ ਨਾਮ ਹੈਗਾ ਜਿਨ੍ਹਾਂ ਨੇ ਟਿਕਟਾਂ ਦੇਣ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੀ ਪੰਜਾਬ ਦੇ ਵਿੱਚ ਨਿਭਾਣੀ ਹੈ, ਔਰ ਉਸ ਦੇ ਨਾਲ ਨਜ਼ਦੀਕੀਆਂ। ਲੇਕਿਨ ਕਿਤੇ ਨਾ ਕਿਤੇ ਜਿਹੜਾ ਰਜੇਸ਼ ਹਨੀ ਦਾ ਜਿਹੜਾ ਅਗਰ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਹੈਗਾ ਉਹ ਦੋਨੋਂ ਅਗਰ ਆਪਸ ਦੇ ਵਿੱਚ ਲੜਨਗੇ ਤਾਂ ਹੋ ਸਕਦਾ ਕਿਹਨੂੰ ਫਾਇਦਾ ਹੋਵੇ ਕਿਹਨੂੰ ਨਹੀਂ ਹੈ। ਲੇਕਿਨ ਗੌਰਵ ਭੰਡਾਰੀ ਵੀ ਇੱਕ ਨਾਂ ਹੈਗਾ ਜਿਹੜਾ ਚੱਲ ਰਿਹਾ, ਔਰ ਮੀਨਾਕਸ਼ੀ ਲੇਖੀ ਨਾਲ ਪਰਿਵਾਰ ਹੈ, ਭੈਣ ਭਰਾ ਦਾ ਰਿਸ਼ਤਾ ਜਿਹੜਾ ਕਿਹਾ ਜਾਂਦਾ ਜਿਸ ਤਰ੍ਹਾਂ ਦੀ ਉਹਨਾਂ ਦੀ ਚੱਲਦੀ ਚਰਚਾਵਾਂ, ਔਰ ਉਸ ਦੇ ਵਿੱਚ ਕਾਫੀ ਐਕਟਿਵ ਵੀ ਗਏ ਜਿਹੜੇ ਮੀਡੀਆ ਦੇ ਨਾਲ। ਜਿਹੜੇ ਕਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਮੀਡੀਆ ਦੇ ਵਿੱਚ ਦੇਣ ਤੇ ਉਹ ਵੀ ਕਾਫੀ ਐਕਟਿਵ ਹੈ। ਲੇਕਿਨ ਚਿਹਰਾ ਸਾਬਿਤ ਹੁੰਦੇ ਕਿ ਨਹੀਂ ਹੁੰਦੇ ਤੇ ਪਾਰਟੀ ਹੀ ਦੱਸੇਗੀ। ਪਰ ਨਵਜੋਤ ਸਿੰਘ ਸਿੱਧੂ ਸਿੱਖ ਨੇ, ਹੋ ਸਕਦਾ ਪਾਰਟੀ ਕੋਈ ਸਿੱਖ ਚਿਹਰਾ ਵੀ ਦੇ ਦੇ। ਬਿਲਕੁਲ, ਸਿੱਖ ਚਿਹਰੇ ਦੀ ਤੁਸੀਂ ਗੱਲ ਕੀਤੀ ਤੇ ਇੱਕ ਮੈਨੂੰ ਜਿਹੜੀ ਸਭ ਤੋਂ ਵੱਡੀ ਜਿਹੜੀ ਰਾਜਨੀਤੀ ਨੂੰ ਚੇਂਜ ਕਰਨ ਵਾਲੀ ਉਹ ਕਿਸਾਨ ਮੋਰਚਾ, ਔਰ ਕਿਸਾਨ ਮੋਰਚੇ ਤੋਂ ਵਿੱਚ ਇੱਕ ਚਿਹਰਾ ਨਿਕਲ ਕੇ ਆਇਆ ਗੁਰਮੁਖ ਸਿੰਘ ਭਲ, ਜਿਨ੍ਹਾਂ ਦੇ ਅਸੀਂ ਪੋਸਟਰ ਦੇਖੇ। ਹਾਲਾਂਕਿ ਕਰਦੇ ਕਿ ਨਹੀਂ, ਲੇਕਿਨ ਪੋਸਟਰ ਦੇ ਹਿਸਾਬ ਨਾਲ ਉਹਨਾਂ ਨੇ ਆਪਣੀ ਪੋਸਟਰ ਲਾ ਕੇ ਦਾਅਵੇਦਾਰੀ ਕੀਤੀ ਹੈ ਟਿਕਟ ਮਿਲਦੀ ਨਹੀਂ ਮਿਲਦੀ, ਲੜਨੀ ਨਹੀਂ ਲੜਨੀ, ਉਹਦੇ ਬਾਰੇ ਸਿੱਖ ਚਿਹਰੇ ਹੈ, ਸਿੱਖ ਚਿਹਰਾ ਜਿਹੜਾ ਹੈ। ਫਿਰ ਮੇਰੀ ਇੱਕ ਹੋਰ ਗੱਲ ਹੈ, ਜੇ ਸਿੱਖ ਚਿਹਰਾ ਵੀ ਹਿੰਦੂ ਚਿਹਰਾ ਵੀ, ਫਿਰ ਜੇ ਕੱਲ ਨੂੰ ਕੋਈ ਲੇਡੀ ਸੀਟ ਨੂੰ ਜੇ ਪਾਰਟੀ ਦੇਣੀ ਚਾਹੀਦੀ ਫਿਰ ਲੇਡੀ ਸੀਟ ਦਾ ਵੀ ਕੋਈ ਉੱਥੇ ਦਾਅਵੇਦਾਰ ਹੈ। ਬਿਲਕੁਲ, ਔਰ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਲੇਡੀ ਸੀਟ ਵੀ ਅਗਰ ਨਿਕਲ ਸਕਦੀ ਹੈ ਉਹਦੇ ਵਿੱਚ ਇੱਕ ਚਿਹਰਾ ਗਿਣਿਆ ਜਾਂਦਾ ਹੈ ਰਮਾ ਮਹਾਜਨ, ਯਾਨੀ ਕਿ ਭਾਜਪਾ ਦਾ ਪੁਰਾਣਾ ਸਾਥੀ ਨੇ, ਕੌਂਸਲਰ ਰਹਿ ਚੁੱਕੇ ਨੇ, ਔਰ ਆਰਐਸਐਸ ਦੇ ਖਾਸ ਸਕੂਲ ਚਲਾਉਂਦੇ ਪਏ, ਸਕੂਲ ਚਲਾਉਂਦੇ ਪਏ, ਔਰ ਕਾਫੀ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਐਜ਼ ਸਕੂਲ ਦੇ ਨਾਤੇ ਦੇਖੀਏ ਤੇ ਜੈਸੇ ਟੀਚਰ ਦੇ ਨਾਤੇ, ਪ੍ਰਿੰਸੀਪਲ ਦੇ ਨਾਤੇ ਜਿਹੜੀ ਇਹ ਇਲਾਕੇ ਦੇ ਵਿੱਚ ਕਾਫੀ ਪਕੜ ਹੈਗੀ ਆ ਆਰਐਸਐਸ ਦੇ ਨਜ਼ਦੀਕੀਆਂ, ਔਰ ਕਈ ਸਿਮਤੀਆਂ ਜੁੜੀਆਂ ਹੈ। ਕਿਉਂਕਿ ਇੱਕ ਲੇਡੀਜ਼ ਜਿਹੜੇ ਹੈਗੇ ਉਹ ਪੜ੍ਹੇ ਲਿਖੇ ਲੇਡੀਜ਼ ਹੈਗੇ ਆ, ਔਰ ਆਰਐਸਐਸ ਨਾਲ ਤੁਸੀਂ ਨਜ਼ਦੀਕੀਆਂ ਦੱਸੀਆਂ। ਰਮਾ ਮਹਾਜਨ ਜਿਹੜੇ ਕਾਉਂਸਲਰ ਰਹਿ ਚੁੱਕੇ ਨੇ, ਇਸ ਹਲਕੇ ਦੇ ਜਿਹੜੇ ਇਹ ਮੁੱਦਿਆਂ ਨੂੰ ਜਾਣਦੇ ਆ। ਹੋ ਸਕਦਾ ਹੈ ਕਿ ਉਹਨਾਂ ਨੇ ਦਾਅਵੇਦਾਰੀ ਕੀਤੀ ਕਿ ਨਹੀਂ ਕੀਤੀ, ਲੇਕਿਨ ਚਿਹਰਾ ਗਿਣਿਆ ਜਾ ਸਕਦਾ। ਮੈਂ ਨਾ 1 ਮਿੰਟ ਵਾਸਤੇ ਵਾਪਸ ਲੈਣਾ, ਛੱਡ ਦੋ ਸਾਰਿਆਂ ਨੂੰ। ਇੱਕ ਚਰਚਾ ਹੋਰ ਸੀ ਜਿਹਦੇ 'ਚ ਕੱਲ ਚਰਚਾ ਕੀਤੀ ਕਿ ਭਾਰਤੀ ਜਨਤਾ ਪਾਰਟੀ ਕੋਈ ਸੈਲੀਬ੍ਰਿਟੀ ਵੀ ਲਿਆ ਸਕਦੀ ਹੈ। ਬਿਲਕੁਲ, ਔਰ ਨਾ ਤੁਹਾਨੂੰ ਪਤਾ ਹੀ ਹੈ ਪਿੱਛੇ ਚੱਲਦਾ ਰਿਹਾ ਕਿ ਅਕਸ਼ੇ ਕੁਮਾਰ ਜਾਂ ਹੋਰ ਕੋਈ ਨਾਂ ਜਿਹੜਾ ਸੈਲੀਬ੍ਰਿਟੀ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦਾ ਜੇਕਰ ਲਕਸ਼ ਬੀਜੇਪੀ ਦੀ ਗੱਲ ਕਰਾਂ ਤੇ ਵਿਰੋਧੀ ਪਾਰਟੀਆਂ ਦਾ ਵੀ ਹੈਗਾ, ਔਰ ਜੇ ਸੈਲੀਬ੍ਰਿਟੀ ਆ ਜਾਂਦੀ ਫਿਰ ਲੜਾਈ ਬਰਾਬਰ ਦੀ ਹੋ ਜਾਂਦੀ ਲੜਾਈ। ਕਿਉਂਕਿ ਤੁਸੀਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ, ਉਹਨਾਂ ਦੀ ਪਾਰਟੀ ਦੇ ਕਈ ਨੇਤਾ ਕਹਿੰਦੇ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਆ ਨਵਜੋਤ ਸਿੰਘ ਸਿੱਧੂ ਦੇ ਅੰਗੇਸਟ ਖੜੇ ਹੋਣ, ਲੇਕਿਨ ਉਹਨਾਂ ਦਾ ਜਿਹੜਾ ਉਹਨਾਂ ਤੇ ਪਰਚਾ ਹੋਇਆ ਜੋ ਵੀ ਹੈ ਉਹ ਫਿਲਹਾਲ ਅੱਜ 10 ਤਰੀਕ ਹੈਗੀ ਹੈ, ਅੱਜ ਉਹਨਾਂ ਤੇ ਸੁਣਵਾਈ ਹੈਗੀ ਹੈ। ਕੀ ਸੁਣਵਾਈ ਹੈ ਇਹ ਹਾਲੇ ਤੋਂ ਬਾਅਦ 'ਚ ਪਤਾ ਲੱਗੇਗਾ। ਲੇਕਿਨ ਨਵਜੋਤ ਸਿੰਘ ਸਿੱਧੂ ਦੀ ਮੈਂ ਫਿਰ ਗੱਲ ਕਰ ਰਿਹਾ, ਸੈਲੀਬ੍ਰਿਟੀ ਬੀਜੇਪੀ ਦੀ ਨਹੀਂ, ਹਰ ਪਾਰਟੀ ਦੀ ਜੋੜੋ। ਉਸ ਤੋਂ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਸਤੇ ਮੈਂ ਤਕੜਾ ਕੈਂਡੀਡੇਟ ਦਵਾਂਗਾ, ਮੈਨੂੰ ਖੁਦ ਉੱਥੇ ਬੈਠਣਾ ਪਵੇ, ਭਾਵੇਂ ਮੈਨੂੰ ਖੁਦ ਬੈਣਾ ਹੋ ਸਕਦਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਲੜਾਈ ਦੇ ਵਿੱਚ ਆ ਸਕਦੇ ਨੇ ਅੰਮ੍ਰਿਤਸਰ ਵਿੱਚ। ਬਿਲਕੁਲ, ਔਰ ਉਹਦੇ ਵਿੱਚ ਮੈਂ ਇੱਕ ਰਵੀ ਜੀ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਇੱਕ ਚਿਹਰਾ ਹੈਗਾ, ਇੱਕ ਨਾਮ ਹੈਗਾ ਜਿਹੜੇ ਲੋਕਾਂ ਦੀ ਸਿਮਤੀ ਨਾਲ ਵੀ ਜੁੜਿਆ ਹੋਇਆ ਵਾ, ਔਰ ਲੋਕ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਵਿੱਚ ਲਗਾਤਾਰ ਹਲਕੇ ਦੇ ਵਿੱਚ ਕੰਮ ਕੀਤਾ, ਉਹ ਨਾਂ ਲੋਕਾਂ ਨੂੰ ਪਤਾ ਹੈਗਾ। ਅਸੀਂ ਵੀ ਦੱਸਣਾ ਚਾਹਾਂਗੇ ਦਿਨੇਸ਼ ਬੱਸੀ, ਯਾਨੀ ਕਿ ਦਿਨੇਸ਼ ਬੱਸੀ ਵੀ ਭਾਜਪਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੋਂ ਆਉਣ ਵਾਲੇ ਦਿਨਾਂ 'ਚ ਕਿਆਸ ਹੈ
ਕੈਂਡੀਡੇਟ ਹੋ ਸਕਦੇ ਨੇ, ਉਹ ਟੱਕਰ ਦੇ ਸਕਦੇ ਨੇ। ਟੱਕਰ ਦੇ ਸਕਦੇ, ਲੇਕਿਨ ਕਾਫੀ ਚਰਚਾਵਾਂ ਸੀ ਕਿ ਜਿਹੜੇ ਦਿਨੇਸ਼ ਬਸੀ ਆਪ ਤੋਂ ਉਮੀਦਵਾਰ ਹੋ ਸਕਦੇ। ਹਾਲਾਂਕਿ ਉਮੀਦਵਾਰ ਆਪਨੇ ਆਪਣਾ ਕੋਸ਼ਿਸ਼ ਕਰਤਾ ਵਾ। ਨਵਜੀਵਨ ਕੌਰ ਕੀ ਨਾਮ ਜੀ, ਜੀਵਨਜੋਤ ਕੌਰ ਜਿਹੜੇ ਆਮ ਆਦਮੀ ਪਾਰਟੀ ਦੇ ਆ, ਪਰ ਉੱਥੇ ਵੀ ਇੱਕ ਚਰਚਾ ਚੱਲ ਰਹੀ ਹੈ, ਮੈਂ ਉਹ ਇਸ ਚਰਚਾ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ। ਉੱਥੇ ਵੀ ਕਿਤੇ ਆਮ ਆਦਮੀ ਪਾਰਟੀ ਕੋਈ ਚਿਹਰਾ ਚੇਂਜ ਕਰਨ ਦੀ ਗੱਲ ਕਰ ਰਹੀ ਹੈ, ਪਰ ਗੱਲ ਤੇ ਇਹੀ ਹੈਗੀ ਹੈ ਨਾ ਕਿ ਆਉਣ ਵਾਲੇ ਦਿਨਾਂ 'ਚ ਫਿਰ ਭਾਜਪਾ ਕੋ ਵੀ ਹਰ ਸੀਟ ਦੇ ਉੱਤੇ 4-4 5-5 ਕੈਂਡੀਡੇਟ ਹੈ। ਜੇ 100 ਹਲਕੇ ਦੀ ਗੱਲ ਛੱਡ ਦਿੱਤੀ ਜਾਏ, ਕਬਰਬੀਰ ਸਿੰਘ ਮੰਜਲ ਤੇ ਜਿਹੜੇ ਉਹ ਜਰਨੈਲ ਢੋੜ ਤੋਂ ਇਲਾਵਾ ਸਾਰੇ ਹਲਕਿਆਂ ਦੇ ਉਹਨਾਂ ਵਿੱਚ ਜਿਹੜਾ ਉਹਨਾਂ ਕੋਲ 4-4 5-5 ਚਿਹਰੇ ਆ। ਇਹਦਾ ਮਤਲਬ ਭਾਜਪਾ ਆਉਣ ਵਾਲੇ ਦਿਨਾਂ 'ਚ ਫਿਰ ਇਲੈਕਸ਼ਨ 'ਚ ਹੈਵੀ ਹੋਏਗੀ, ਉਹ ਪੂਰੀ ਤਰ੍ਹਾਂ ਆਪਣਾ ਪ੍ਰਚਾਰ ਕਰੇਗੀ। ਦੇਖੋ ਜੀ, ਅਸੀਂ ਜਿਹੜੀ ਗੱਲ ਕੀਤੀ ਹੈ ਫੈਕਟ ਦੇ ਨਾਲ, ਇਹ ਜਿਹੜੇ ਚਿਹਰੇ ਹੈਗੇ ਆ ਇਹ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਸ਼ਹਿਰੀ ਜਿਹੜੀ 5 ਸੀਟਾਂ ਹੈਗੀ ਉਸ ਰਾਜਨੀਤੀ ਦੇ ਵਿੱਚ ਸਕਰੀਏ ਰਾਜਨੀਤੀ ਦੇ ਵਿੱਚ ਹੈਗੇ, ਔਰ 117 ਸੀਟਾਂ ਪੰਜਾਬ ਦੇ ਵਿੱਚ ਬੀਜੇਪੀ ਨੇ ਲੜਨੀ ਹੈ। ਉਹ ਜਲਦ ਹੀ ਜਿਹੜੀ ਹੈ ਅਨਾਉਂਸਮੈਂਟ, ਕਿਉਂਕਿ ਸਮਾਂ ਥੋੜਾ ਰਹਿ ਗਿਆ ਵਾ, 21 ਤਰੀਕ ਤੋਂ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਨਾਮਜ਼ਦਗੀ ਸ਼ੁਰੂ ਹੈ ਔਰ 28 ਤਰੀਕ ਤੱਕ ਚੱਲੇਗੀ। ਉਸ ਦੌਰਾਨ ਜੇਕਰ ਗੱਲ ਕਰੀਏ ਤਾਂ ਕਈ ਲਿਸਟਾਂ ਜਾਰੀ ਕਰਨੀ ਪੈਣੀ, ਉਸ ਦੇ ਵਿੱਚ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਦੀ ਪਹਿਲੇ ਫੇਜ਼ ਦੇ ਵਿੱਚ ਕਿੰਨੀ ਸੀਟਾਂ ਹੋਣਗੀਆਂ ਉਹ ਤੇ ਆਉਣ ਵਾਲਾ ਸਮੇਂ ਦੱਸੇਗਾ। ਲੇਕਿਨ ਸਕਰੀਏ ਰਾਜਨੀਤੀ ਜੇਕਰ ਗੱਲ ਕਰੀਏ, ਬੀਜੇਪੀ ਇਸ ਵੇਲੇ ਸਕਰੀਏ ਹੋ ਗਈ ਔਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਰ ਪਾਰਟੀ ਦੇ ਵਿੱਚ ਵੋਟ ਜੋੜ ਤੋੜ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਜਿਸ ਤਰ੍ਹਾਂ ਹੁਣ ਮੈਂ ਇੱਕ ਛੋਟੀ ਜਿਹੀ ਗੱਲ ਕਰਾਂਗਾ, ਕੱਲ ਦੀ ਗੱਲ ਕਰਾਂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਨੂੰ ਜਿਹੜੀ ਹਿਤੈਸ਼ੀ ਦੇਖਦੇ ਹੋਏ ਜਿਹੜੇ 4 ਸਾਹਿਬਜ਼ਾਦਿਆਂ ਦੇ ਜਿਹੜੇ 26 ਦਸੰਬਰ ਉਸ ਦੇ ਜਿਹੜਾ ਉਹਨਾਂ ਨੇ ਬਾਲ ਵੀਰ ਦਿਵਸ ਜਿਹੜਾ ਅਨਾਉਂਸ ਕੀਤਾ ਔਰ ਉਹ ਵੀ ਰਾਜਨੀਤੀ ਦਾ ਲੋਕ ਰਾਜਨੀਤੀ ਦਾ ਹਿੱਸਾ ਕਰ ਰਹੇ ਨੇ। ਤੁਸੀਂ ਬੜੀ ਵਧੀਆ ਗੱਲ ਕੀਤੀ ਓਮ ਜੀ। ਉਹ ਕੀਤਾ ਤੇ ਉਹਨਾਂ ਨੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਦੇਖ ਕੇ ਆ, ਪਰ ਕਿਤੇ ਨਾ ਕਿਤੇ ਬੀਜੇਪੀ ਵਾਲੇ ਨੂੰ ਕਾਲੀ ਗਲੀ ਦੇ ਵਿੱਚ ਉਹ ਸਿਸਟਮ 'ਚ ਬਣਾਉਣਾ ਚਾਲੂ ਕਰਤਾ, ਉਹਨੂੰ ਚੁਣਾਵੀ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਔਰ ਅਸੀਂ ਉਸ ਰਾਜਨੀਤੀ ਨਹੀਂ ਜਾਵਾਂਗੇ ਕਿਉਂਕਿ ਅਸੀਂ ਉਸ ਤੇ ਸਜਦਾ ਕਰਦੇ ਹਾਂ, ਹੱਥ ਨਮਨ ਕਰਦੇ ਹਾਂ ਅਸੀਂ ਰਾਜਨੀਤੀ ਨੂੰ। ਲੇਕਿਨ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਤੇ ਕਿਸਾਨੀ ਕਾਨੂੰਨ ਨੂੰ ਖਤਮ ਕੀਤਾ, ਉਸ ਤੋਂ ਬਾਅਦ 4 ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਉੱਤੇ ਇਸ ਵੱਡੇ ਐਲਾਨ ਨੇ ਕੀਤਾ। ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਦੇ ਨਾਲ ਬੜੀ ਚੰਗੀ ਤਰ੍ਹਾਂ ਜੁੜਿਆ, ਸਿੱਖਾਂ ਦੀ ਭਾਵਨਾਵਾਂ ਨਾਲ ਜੁੜਿਆ। ਉਹ ਦਸ਼ਮੇਸ਼ ਪਿਤਾ ਦੇ ਨਾਲ ਜਿਸ ਤਰ੍ਹਾਂ ਦੀ ਅੱਜ ਅਨਾਉਂਸਮੈਂਟ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਹੋਈ ਹੈ, ਕਿ ਜੇ ਗੱਲ ਕੀਤੀ ਜਾਏ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਹੋਈ ਹੈ। ਔਰ ਕਿਉਂਕਿ ਜੇ ਤੁਸੀਂ ਗੱਲ ਕੀਤੀ 26-25 ਨੂੰ ਕ੍ਰਿਸਮਸ ਹੁੰਦਾ ਔਰ 26 ਨੂੰ ਜਿਹੜਾ ਇਹ ਮਨਾਇਆ ਜਾ ਰਿਹਾ, ਕਿਤੇ ਨਾ ਕਿਤੇ ਇਹ ਪੰਜਾਬ ਦੀ ਰਾਜਨੀਤੀ 'ਚ ਅਗਲਾ ਆਉਣ ਵਾਲਾ ਮੀਲ ਪੱਥਰ ਹੋਏਗਾ। ਉਹ ਪੂਰੇ ਦੇਸ਼ ਦੇ ਵਿੱਚ ਛੁੱਟੀ ਦਾ ਪਰ ਮੈਂ ਓਮ ਜੀ ਤੁਹਾਡੀ ਗੱਲ ਕੱਟਣ ਡਿਆ, ਇੱਕ ਗੱਲ ਮੇਰੀ ਹੋਰ ਹੈ। ਜੇ ਪ੍ਰਧਾਨ ਮੰਤਰੀ ਉਧਰ ਫਿਰੋਜ਼ਪੁਰ ਦੀ ਰੈਲੀ 'ਚ ਆਏ ਸੀ, ਉਹਨਾਂ ਨੇ ਅਨਾਉਂਸਮੈਂਟਾਂ ਕਰਨੀਆਂ ਸੀ, ਕਿਆ ਪੰਜਾਬ ਉਹ ਤੋਂ ਵਾਂਝਾ ਰਹਿ ਜਾਏਗਾ ਕਿ ਆਉਣ ਵਾਲੇ ਦਿਨਾਂ 'ਚ ਉਹ ਅਨਾਉਂਸਮੈਂਟਾਂ ਹੋਣਗੀਆਂ? ਦੇਖੋ ਜੀ, ਸਭ ਤੋਂ ਪਹਿਲੀ ਤਾਂ ਗੱਲ ਕੋਡ ਆਫ ਕੰਡਕਟ ਲੱਗ ਚੁੱਕਿਆ ਵਾ, ਅਨਾਉਂਸਮੈਂਟ ਦੀ ਡੇਟ ਖਤਮ ਹੋ ਚੁੱਕੀ ਹੈ। ਇਹ ਤੇ ਹੁਣ 10 ਮਾਰਚ ਜਾਂ 10 ਮਾਰਚ ਦੇ ਜਦੋਂ ਚੋਣਾਂ ਦੀ ਵੋਟਾਂ ਦੀ ਗਿਣਤੀ ਹੋਣੀ ਉਸ ਤੋਂ ਬਾਅਦ ਹੀ ਅਨਾਉਂਸਮੈਂਟ ਅਸੀਂ ਕਹਿ ਸਕਦੇ ਹੋਏਗੀ ਜਾਂ ਨਹੀਂ ਹੋਏਗੀ। ਲੇਕਿਨ ਪੋਸਟਪੋਨ ਜ਼ਰੂਰ ਕਹਿ ਕੇ ਗਏ ਆ। ਇਹਦਾ ਮਤਲਬ ਕਿ ਪੰਜਾਬ ਨੂੰ ਪੈਕੇਜ ਮਿਲ ਸਕਦਾ, ਲੇਕਿਨ ਸਭ ਤੋਂ ਵੱਡਾ ਡਿਪੈਂਡ ਹੈ ਸਰਕਾਰ ਦੇ। ਠੀਕ ਹੈ, ਮੈਂ ਤੁਹਾਡੀ ਗੱਲ ਸਮਝ ਗਿਆ ਕਿ ਹੁਣ ਤੇ ਕੁਝ ਨਹੀਂ ਹੋਣਾ, ਹੁਣ ਜੋ ਹੋਣਾ ਇਲੈਕਸ਼ਨ ਤੋਂ ਬਾਅਦ ਹੀ ਹੋਣਾ। ਹੁਣ ਤੇ ਵਾਅਦੇ ਆ, ਉਹ ਵਾਅਦਿਆਂ ਦੇ ਕੌਣ ਖਰਾ ਉਤਰਦਾ ਕੌਣ ਨਹੀਂ ਉਤਰਦਾ। ਪਰ ਮੈਂ ਓਮ ਜੀ ਅੰਮ੍ਰਿਤਸਰ ਦੇ ਲੋਕਾਂ ਨੂੰ ਫਿਰ ਇੱਕ ਅਪੀਲ ਕਰਾਂਗਾ ਕਿ ਅੰਮ੍ਰਿਤਸਰ ਸ਼ਹਿਰ ਦੇ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ, ਜਿਹੜੇ ਲੀਡਰਾਂ ਨੂੰ ਦੱਸੇ ਜਾਣ, ਉਹ ਜ਼ਰੂਰ ਸਾਨੂੰ ਕਮੈਂਟ ਦੇ ਵਿੱਚ ਲਿਖਿਆ ਕਰੋ ਕਿ ਜਦੋਂ ਤੁਹਾਡੇ ਲੀਡਰ ਮਿਲਣ ਅਸੀਂ ਉਹਨਾਂ ਨੂੰ ਉਹ ਸਵਾਲ ਕਰ ਸਕੀਏ, ਕਿਉਂਕਿ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਹੈ, ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰਦਾ। ਬਿਲਕੁਲ, ਔਰ ਮੈਂ ਵਾਅਦਿਆਂ ਦੀ ਗੱਲ ਕਰਾਂ ਤੇ ਹਰ ਇੱਕ ਪਾਰਟੀ ਦੇ ਵਾਅਦੇ ਹੈਗੇ ਔਰ ਵਾਅਦਿਆਂ ਕਿੰਨੇ ਖਰੇ ਉਤਰਨੇ ਕਿੰਨੇ ਨਹੀਂ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ 5 ਸੀਟਾਂ ਦੀ ਵੀ ਗੱਲ ਕਰੀਏ ਅੰਮ੍ਰਿਤਸਰ ਦੀ 5 ਸ਼ਹਿਰੀ ਸੀਟਾਂ ਦੇ ਵਿੱਚ, ਜੇਕਰ ਅਕਾਲੀ ਦਲ ਇੱਕ ਵਾਰ ਸ਼ਹਿਰੀ ਸੀਟਾਂ ਦੇ ਵਿੱਚ ਆਪਣੇ ਤੌਰ ਤੇ ਲੜ ਰਿਹਾ, BSP ਨਾਲ ਗਠਬੰਧਨ ਹੈ, ਔਰ BJP ਜੇ ਗੱਲ ਕਰੀਏ ਤੇ ਆਪਣੇ ਤੌਰ ਤੇ ਲੜ ਰਹੀ ਹੈ ਕਈ ਪੰਜਾਬ ਲੋਕ ਕਾਂਗਰਸ ਨਾਲ ਦਾ ਗਠਬੰਧਨ ਹੈ। ਇਹ ਦੋ ਜਿਹੜੀ ਪਾਰਟੀ ਨਾਲ ਇਹ ਦੋ ਪਾਰਟੀਆਂ ਜਿਹੜੀ ਆ ਇਸ ਵਾਰ ਖੁੱਲ ਕੇ ਆਪਣੇ ਤੌਰ ਤੇ ਮੈਦਾਨ ਦੇ ਵਿੱਚ, ਬਾਕੀ ਸਮੀਕਰਨ ਉਹੀ ਜਿਹੜੀ ਪਾਰਟੀਆਂ ਜੇ ਕਾਂਗਰਸ ਦੀ ਗੱਲ ਕਰੀਏ ਤੇ ਉਹ ਉਸੇ ਪਿੱਚ ਤੇ ਘੇਰ ਰਹੀ ਹੈ, ਪਰ ਇਹ ਜੇ ਅਕਾਲੀ ਦਲ ਦੀ ਗੱਲ ਕੀਤੀ ਜਾਏ, ਭਾਜਪਾ ਦੀ ਗੱਲ ਜਾਏ, ਦੋਨੇ ਨਵੀਆਂ ਪਿੱਚਾਂ ਦਿਖਾ ਰਹੇ ਕਿਉਂਕਿ ਦੋਨੇ ਪਹਿਲਾਂ ਗਠਬੰਧਨ ਨਾਲ ਲੜਦੇ ਸੀ। ਪਰ ਮੈਂ ਓਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਉਸ ਦੇ ਨਾਲ ਮੈਂ ਰਵੀ ਜੀ ਹੋਰ ਕਹਾਂਗਾ, ਅਸੀਂ BJP ਦਾ ਵਿਸ਼ਲੇਸ਼ਣ ਕਰਤਾ ਹੈ, BJP ਦਾ ਸਿਸਟਮ ਨਾਲ ਕੀ ਹੋਣਾ ਕੀ ਨਹੀਂ ਹੈ, ਲੇਕਿਨ ਵੱਖ-ਵੱਖ ਪਾਰਟੀਆਂ ਦਾ ਇਸੇ ਤਰ੍ਹਾਂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਔਰ ਮੈਂ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਤੁਹਾਨੂੰ ਡਿਮਾਂਡ ਵੀ ਕਰਦਾ, ਕਿਹੜੀ ਸੀਟ ਤੇ ਕਿਹੜਾ ਕੈਂਡੀਡੇਟ ਹੈਵੀ ਹੈ, ਕਿਹਦੀ ਆਵਾਜ਼ ਚੱਲ ਰਹੀ ਹੈ, ਉਹਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਇੱਕ ਪ੍ਰੋਗਰਾਮ ਲਿਆਵਾਂਗੇ ਜਿਸ ਤੇ ਦੱਸਾਂਗੇ ਕਿਹਦੇ ਕਿਹਦਾ ਕੰਪੀਟੀਸ਼ਨ ਸਿੱਧਾ ਚੱਲ ਰਿਹਾ। ਪਰ ਓਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ। ਔਰ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਫਿਰ ਅਪੀਲ ਕਰਦਾ
ਕਿ ਅੰਮ੍ਰਿਤਸਰ ਪੇਜ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਹੈ। ਅੰਮ੍ਰਿਤਸਰ ਦੀ ਉਹ ਗੱਲਾਂ ਉਹ ਬਾਤਾਂ ਜਿਹੜੀਆਂ ਅੰਮ੍ਰਿਤਸਰ ਦੇ ਲੋਕਾਂ 'ਚ ਚਰਚਾ ਚੱਲਦੀਆਂ ਉਹਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਅੱਜ ਅਸੀਂ ਚਰਚਾ ਕੀਤੀ ਹੈ ਓਮ ਗੁਪਤਾ ਜੀ ਨਾਲ, ਸਾਡੇ ਜਿਹੜੇ ਸੀਨੀਅਰ ਜਰਨਲਿਸਟ ਹੈ, ਕਿ ਆਉਣ ਵਾਲੇ ਦਿਨਾਂ 'ਚ ਭਾਜਪਾ ਦੇ ਕਿਹੜੇ ਚਿਹਰੇ ਹੋ ਸਕਦੇ ਨੇ ਜਿਹੜੇ ਇਲੈਕਸ਼ਨ ਲੜ ਸਕਦੇ ਨੇ ਅੰਮ੍ਰਿਤਸਰ ਤੋਂ, ਕਿਉਂਕਿ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਿਹੜਾ ਐਤਕੀ ਭਾਜਪਾ ਪਹਿਲਾਂ ਵੀ ਇੱਥੇ ਲੜਦੀ ਸਾਰੀ ਸੀਟਾਂ, ਇੱਕ ਸੀਟ ਨੂੰ ਛੱਡ ਕੇ, ਜਿਸ 'ਚ ਬੜੀਆਂ ਚੀਜ਼ਾਂ ਨਿਕਲ ਗਈਆਂ। ਓਮ ਜੀ ਨੇ ਦੱਸਿਆ ਕਿ ਜਿਹੜਾ ਭਾਜਪਾ 23 ਸੀਟਾਂ ਤੇ ਗਠਬੰਧਨ ਸੀ ਉਹ ਉਂਝ ਦਾ ਉਂਝ ਰਹੇਗਾ, ਉਹ ਸੀਟਾਂ ਨਹੀਂ ਛੱਡੇਗੀ। ਉਸ ਤੋਂ ਇਲਾਵਾ ਕਿਸੇ ਸੀਟ ਤੇ ਐਡਜਸਟਮੈਂਟ ਹੋ ਸਕਦੀ ਹੈ। ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਏ ਤਾਂ ਉੱਥੇ ਕੋਈ ਸੈਲੀਬ੍ਰਿਟੀ ਆ ਸਕਦੀ ਹੈ। ਆਉਣ ਵਾਲੇ ਦਿਨਾਂ 'ਚ ਰਾਜਨੀਤਿਕ ਪਾਰਾ ਵਧੇਗਾ। ਤਦ ਤੱਕ ਮੈਂ ਰਵੀ ਖੰਨਾ, ਅੰਮ੍ਰਿਤਸਰ ਪੇਜ ਨਿਊਜ਼।